ਵਾਇਸ ਆਫ ਇੰਡੀਆ 'ਤੇ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ MP ਸਿੰਘ। ਵਾਇਸ ਆਫ ਇੰਡੀਆ ਦੀ ਸਮੁੱਚੀ ਟੀਮ ਵੱਲੋਂ ਬਾਬਾ ਨਾਨਕ ਦੇ ਪ੍ਰਕਾਸ਼ ਉਤਸਵ ਉੱਤੇ ਲੱਖ ਲੱਖ ਵਧਾਈ ਹੋਵੇ ਜੀ। ਇਸੇ ਸੰਦਰਭ ਵਿੱਚ ਅੱਜ ਅਸੀਂ ਪ੍ਰਸਿੱਧ ਵਿਦਵਾਨ ਜਿਨ੍ਹਾਂ ਨੂੰ ਸਿੱਖ ਇਤਿਹਾਸ ਅਤੇ ਗੁਰਬਾਣੀ ਦਾ ਡੂੰਘਾ ਗਿਆਨ ਹੈ, ਉਹਨਾਂ ਨੂੰ ਬੇਨਤੀ ਕੀਤੀ ਸੀ ਜੋਗਿੰਦਰ ਸਿੰਘ ਧਾਮੀ ਜੀ ਨੂੰ ਸਟੂਡੀਓ 'ਚ ਆਏ ਨੇ। ਧਾਮੀ ਸਾਹਿਬ ਜੀ ਆਇਆਂ ਨੂੰ। ਥੈਂਕ ਯੂ ਜੀ। ਧਾਮੀ ਸਾਹਿਬ, ਤੁਹਾਨੂੰ ਵੀ ਬਾਬਾ ਨਾਨਕ ਦੇ ਪ੍ਰਕਾਸ਼ ਉਤਸਵ ਦੀ ਬਹੁਤ ਬਹੁਤ ਵਧਾਈ। ਦੇਖੋ ਜੀ, ਆਪਾਂ ਬਾਬਾ ਨਾਨਕ ਨੂੰ ਜਗਤ ਗੁਰੂ ਕਹਿੰਦੇ ਆ। ਹਾਂਜੀ। ਇੱਕ ਫਿਰਕੇ ਦਾ ਗੁਰੂ ਨਹੀਂ, ਉਹ ਜਗਤ ਦੇ ਗੁਰੂ ਆ। ਹਾਂਜੀ। ਤੇ ਸਮੂਹ ਜਗਤ ਨੂੰ ਵਧਾਈਆਂ। ਬਿਲਕੁਲ, ਸਮੁੱਚੇ ਸੰਸਾਰ ਦੇ ਲੋਕਾਂ ਪੂਰੇ ਨੂੰ, ਸੰਸਾਰ ਦੇ ਲੋਕਾਂ ਨੂੰ। ਦੇਖੋ, ਚਾਹੇ ਉਹ ਕਿਸੇ ਨੈਸ਼ਨੈਲਿਟੀ ਦਾ ਬੰਦਾ, ਪਰ ਉਹ ਬਾਬੇ ਦੇ 3 ਅਸੂਲਾਂ ਦੇ ਉੱਤੇ, ਜਿਹੜੇ ਕਿ ਸਿੱਖ ਧਰਮ ਦਾ ਸਤੰਭ ਹੈ, ਹਾਂਜੀ, ਉਹ 3 ਅਸੂਲਾਂ ਨੂੰ ਸਾਰੇ ਹੀ ਮੰਨਦੇ ਆ। ਲੈਂਗੁਏਜ ਦਾ ਫਰਕ ਹੋ ਸਕਦਾ, ਹਾਂਜੀ, ਪਰ ਮਤਲਬ ਉਹੀ ਹੈ। ਠੀਕ ਹੈ ਜੀ। ਨਾਮ ਜਪੋ, ਵੰਡ ਛਕੋ ਤੇ ਕਿਰਤ ਕਰੋ। ਠੀਕ ਹੈ। ਇਹ ਹੁਣ ਅਸੀਂ ਸਿੱਖਾਂ ਨੇ ਇਦਾਂ ਕਰ ਲਿਆ। ਵੈਸੇ ਜਿਹੜੇ ਬਾਬੇ ਦੀ ਸਿੱਖਿਆ ਸੀ ਨਾ, ਬਾਬੇ ਦੀ ਸਿੱਖਿਆ ਇਹ ਸੀ ਭਈ ਕਿਰਤ ਕਰੋ, ਵੰਡ ਛਕੋ ਤੇ ਨਾਮ ਵੰਡ ਛਕੋ ਤੇ ਨਾਮ ਜਪੋ। ਮਤਲਬ ਕਿਰਤ ਕਰਨਾ ਜਿਹੜਾ ਸਿਧਾਂਤ ਹੈ, ਇਹ ਬਾਬੇ ਨਾਨਕ ਦਾ ਸਿਧਾਂਤ ਹੈ। ਬਾਬੇ ਨਾਨਕ ਦਾ ਸਿਧਾਂਤ ਹੈ। ਹੱਥੀਂ, ਉਹ ਕਹਿੰਦੇ ਕਿਰਤ ਦਾ ਮਤਲਬ ਹੱਥੀਂ ਕੰਮ ਕਰਨਾ, ਕੰਮ ਕੰਮ ਵੀ ਕਰਨਾ। ਕਿਰਤ ਦੇ ਨਾਲ ਬਾਬੇ ਨਾਨਕ ਨੇ ਜਿਹੜਾ ਕਿ ਅਸੀਂ ਸੁਕਿਰਤ ਕਰਨਾ, ਸੁੱਚੀ ਕਿਰਤ ਕਰਨਾ। ਠੀਕ ਹੈ। ਬਾਬੇ ਨਾਨਕ ਦੀ ਜਦੋਂ ਕੋਈ ਵੀ ਗੱਲ ਆ, ਗੱਲਾਂ 'ਚੋਂ ਗੱਲ ਚੱਲ ਪੈਣੀ ਆ ਕਿ ਬਾਬੇ ਨਾਨਕ ਨੇ ਸਿਰਫ ਸੱਚ ਦੀ ਗੱਲ ਕੀਤੀ ਹੈ। ਤੇ ਜਿੰਨਾ ਸੌਖਾ ਸੱਚ ਆ, ਓਨਾ ਔਖਾ ਅਸੀਂ ਇਹਨੂੰ ਬਣਾ ਦਿੱਤਾ। ਹੁਣ ਦੇਖੋ, ਹਰ ਇੱਕ ਗੱਲ ਦਾ ਅਸੀਂ ਆਪਣੀ ਮਰਜ਼ੀ ਅਨੁਸਾਰ ਮੈਨੇ ਕੱਢਦੇ ਹਾਂ। ਅਸੀਂ ਕਦੀ ਵੀ ਬਾਬੇ ਨਾਨਕ ਤੋਂ ਨਹੀਂ ਪੁੱਛਦੇ ਵੀ ਤੂੰ ਆਹ ਗੱਲ ਕਹੀ, ਵੀ ਇਹਦਾ ਮਹਿਨਾ ਕੀ ਹੈ। ਨਾ ਤਾਂ ਅਸੀਂ ਗੁਰਬਾਣੀ ਦੇ ਉਸ ਤਰੀਕੇ ਨਾਲ ਉਹਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਦੇ, ਅਰਥ ਕਰਨੀ ਤਾਂ ਗੱਲ ਜ਼ਰੂਰ ਦੀ ਹੈ। ਅਸੀਂ ਮਤਲਬ ਅੱਖਰ ਨੂੰ ਲੈ ਕੇ ਤੁਰ ਪੈਂਦੇ ਹਾਂ। ਅੱਛਾ, ਅੱਖਰ ਹੈ ਤਾਂ ਅੱਖਰ ਹੀ, ਪਰ ਉਸ ਅੱਖਰ ਦੇ ਮਾਇਨੇ, ਉਹ ਅੱਖਰ ਜਦੋਂ ਪੂਰੇ ਵਾਕ ਦੇ ਵਿੱਚ ਵਰਤਿਆ ਜਾਂਦਾ, ਉਸ ਵੇਲੇ ਉਹ ਕਿਸ ਸੈਂਸ ਦੇ ਵਿੱਚ ਆਉਂਦੇ ਆ। ਡਿਕਸ਼ਨਰੀ ਮੀਨਿੰਗ ਤੇ ਐਕਚੁਅਲ ਮੀਨਿੰਗ ਜਿਹੜਾ ਬੜਾ ਫਰਕ ਹੈ, ਬਹੁਤ ਫਰਕ। ਹੁਣ ਦੇਖੋ, ਬਾਬੇ ਨਾਨਕ ਦੀ ਫਿਲਾਸਫੀ ਜਿਹੜੀ ਹੈ ਨਾ, ਜਿੰਨਾ ਵੀ ਬਾਰੇ ਜਾ ਸਕੀ ਉਨਾ ਹੀ ਘੱਟ ਆ। ਦੇਖੋ, ਰੱਬ ਬਾਰੇ ਬਾਬਾ ਨਾਨਕ ਜਦੋਂ ਗੱਲ ਕਰਦਾ ਨਾ, ਰੱਬ ਤਾਂ ਉਦੋਂ ਵੀ ਸੀ, ਬਾਬੇ ਨਾਨਕ ਤੋਂ ਪਹਿਲਾਂ ਵੀ ਸੀ, ਬਾਅਦ ਵੀ ਆ। ਹੁਣ ਫਰਕ ਕੀ ਹੈ ਬਾਬੇ ਨਾਨਕ ਦੇ ਰੱਬ ਤੇ ਉਹਨਾਂ ਦੇ ਰੱਬ ਦੇ ਵਿੱਚ? ਉਹਨਾਂ ਕਿਹਨਾਂ ਦੇ? ਦੂਜੇ ਜਿਹੜੇ ਵਿਸ਼ਵਾਸ ਵਾਲੇ। ਠੀਕ ਹੈ। ਬਾਬਾ ਨਾਨਕ ਦਾ ਤਾਂ ਰੱਬ ਇੱਕ ਹੀ ਹੈ ਨਾ, ਉਹ ਇੱਕ ਦੀ ਗੱਲ ਕਰਦੇ ਆ, ਇੱਕ ਓਂਕਾਰ ਦੀ ਗੱਲ ਕਰਦੇ ਆ। ਤੇ ਉਸ ਵੇਲੇ ਕਿਸੇ ਦਾ ਰੱਬ ਅਸਮਾਨ ਤੇ ਸੀ, ਇੰਦਰਪੁਰੀ 'ਚ ਰਹਿੰਦਾ ਸੀ। ਕਿਸੇ ਦਾ ਰੱਬ ਪਤਾਲ 'ਚ ਸੀ। ਈਵਨ ਇਸਲਾਮ ਕਾਫੀ ਤਰੱਕੀ ਕਰ ਚੁੱਕਾ ਸੀ, ਇਹਨਾਂ ਨੇ ਵੀ ਰੱਬ ਨੂੰ ਮੱਕੇ ਬਿਠਾ ਲਿਆ ਸੀ। ਹਿੰਦੂਆਂ ਦੇ ਤਾਂ 36 ਕਰੋੜ ਦੇਵੀ ਦੇਵਤੇ ਸੀ, ਉਹ 33 ਕਰੋੜ। ਹਾਂਜੀ, 33 ਕਰੋੜ। ਉਹ ਪਤਾ ਨਹੀਂ ਕਿੱਥੇ ਕਿੱਥੇ ਹੋਣਗੇ, ਉਹੀ ਜਾਣਨ। ਠੀਕ ਹੈ। ਮਤਲਬ, ਪਰ ਬਾਬਾ ਨਾਨਕ ਇਹੋ ਜਿਹਾ ਸ਼ਖਸੀਅਤ ਹੋਏ ਜਿਨ੍ਹਾਂ ਨੇ ਇਹ ਐਸਟੈਬਲਿਸ਼ ਕੀਤਾ ਕਿ ਭਾਈ ਨਾ ਉਹ ਉੱਪਰ ਨਾ ਉਹ ਥੱਲੇ, ਉਹ ਤੇਰੇ ਅੰਦਰ ਬੈਠਾ। ਜੇ ਤੂੰ ਐਗਜ਼ਿਸਟ ਕਰ ਰਿਹਾ, ਜੇ ਤੂੰ ਜੀਂਦਾ ਜਾਗਦਾ ਤੁਰਦਾ ਫਿਰਦਾ ਲੰਗਰ ਪਾਣੀ ਛਕ ਰਿਹਾ ਨਾ, ਤੇ ਉਹ ਤੇਰੇ ਅੰਦਰ ਹੋਣ ਕਰਕੇ ਹੀ ਤੇਰੀ ਹੋਂਦ ਹੈ। ਠੀਕ ਹੈ। ਜੇ ਤੇਰੇ ਅੰਦਰ ਉਹ ਨਿਕਲ ਗਿਆ ਤਾਂ ਤੂੰ ਹੈ ਨਹੀਂ, ਤੇਰੀ ਹੋਂਦ ਉਹਦੇ ਤੇ ਆ। ਹੁਣ ਬਾਬੇ ਨਾਨਕ ਨੇ ਇੱਕ ਦਾ ਜਿਹੜਾ ਸੰਕਲਪ ਦਿੱਤਾ, ਇੱਕ। ਹੁਣ ਹਿੰਦੂਇਜ਼ਮ ਨੇ ਵੀ ਇੱਕ ਤੇ ਆ ਗਿਆ ਹੌਲੀ ਹੌਲੀ, 33 ਕਰੋੜ ਦਾ ਤਾਂ ਪਿੱਛਾ ਇਹ ਵੀ ਛੱਡ ਗਿਆ। ਪਰ ਇਹਨਾਂ ਨੇ ਇੱਕ ਨੂੰ ਕਬੂਲ ਨਹੀਂ ਕੀਤਾ, ਕਬੂਲ ਸਿੱਖਾਂ ਨੇ ਵੀ ਨਹੀਂ ਕੀਤਾ। ਇਹਨਾਂ ਨੇ ਇੱਕ ਤੋਂ ਅੱਗੇ 3 ਬਣਾਏ। ਅੱਛਾ ਜੀ। ਬ੍ਰਹਮਾ, ਵਿਸ਼ਨੂੰ ਤੇ ਮਹੇਸ਼। ਇਹਨਾਂ ਦੇ ਹਿਸਾਬ ਨਾਲ ਬ੍ਰਹਮਾ ਘੜਦਾ ਆ ਬੰਦੇ ਨੂੰ ਪਹਿਲਾਂ, ਤੇ ਵਿਸ਼ਨੂੰ ਦੇ ਜ਼ਿੰਮੇ ਲੰਗਰ ਪਾਣੀ ਦੇਣਾ, ਤੇ ਸ਼ਿਵ ਜੀ ਦੇ ਜ਼ਿੰਮੇ ਕਲਿਆਣ ਕਰਨਾ, ਮਾਰਨਾ। ਇਹਨਾਂ ਨੇ 3 ਬਣਾ ਤੇ ਬਾਬੇ ਨਾਨਕ ਨੇ ਗੱਲ ਹੀ ਨਿਬੇੜ ਦਿੱਤੀ ਤੇ ਵੀ ਉਹਦੇ ਤਾਂ ਨੇੜੇ ਤੇੜੇ ਕੋਈ ਨਹੀਂ। ਠੀਕ ਹੈ। ਉਹ ਤਾਂ ਸਹਿਬੰਗ ਆ। ਠੀਕ ਹੈ। ਉਹ ਜੂਨੀ ਹੈ। ਉਹਨੂੰ ਕੋਈ ਕਰਮਚਾਰੀ ਨਹੀਂ ਰੱਖੇ, ਉਹਦਾ ਕੋਈ ਆਫਿਸ ਨਹੀਂ ਖੋਲ੍ਹਿਆ ਜਿਹਦਾ ਧਰਮ ਰਾਜ ਤੇ ਰੱਖਿਆ ਆ ਹਿਸਾਬ ਕਿਤਾਬ ਕਰਨੇ ਨੂੰ। ਉਹ ਹਿਸਾਬ 'ਤੇ ਕੋਈ ਨਹੀਂ ਬੰਦਾ, ਉਹ
ਅਕੁਲ ਹੈ। ਕੁਲ ਦਾ ਮਤਲਬ ਪਰਿਵਾਰ ਵਾਲਾ, ਅਕੁਲ ਪਿਓ ਦਾ ਹੈ ਹੀ ਨਹੀਂ, ਨਾ ਅੱਗੇ ਨਾ ਪਿੱਛੇ। ਤੇ ਉਹ ਸਭ ਦਾ ਮਾਈ ਬਾਪ ਹੈ। ਜਦੋਂ ਸਭ ਦਾ ਮਾਈ ਬਾਪ ਹੈ ਤਾਂ ਫੇਰ ਉਹਦੀ ਕੁੱਲ ਬਣਦੀ ਆ, ਤੇ ਉਹ ਕੁੱਲ ਜਿਹੜੀ ਉਹ ਅਸੀਂ ਆ, ਅਸੀਂ ਪਰਿਵਾਰ ਆ, ਅਸੀਂ ਉਹਦਾ ਪਰਿਵਾਰ ਆ। ਠੀਕ ਹੈ। ਹੁਣ ਚਾਹੇ ਮੈਂ ਆ, ਚਾਹੇ ਮੇਰਾ ਪਿਓ ਆ, ਚਾਹੇ ਮੇਰਾ ਬਾਬਾ ਆ, ਉਹ ਸਾਰਿਆਂ ਦਾ ਪਿਓ ਆ। ਠੀਕ ਹੈ। ਅਸੀਂ ਸਾਰੇ ਉਹਦੇ ਪੁੱਤ ਆ। ਠੀਕ। ਜਿੰਨੀ ਵੀ ਹਿਊਮਨ ਨੇਚਰ ਆ, ਜਿੰਨੀ ਵੀ ਕ੍ਰੀਏਸ਼ਨ ਹੈ। ਹੁਣ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਬਹੁਤੇ ਦੂਰ ਨਹੀਂ ਜਾਵਾਂਗੇ, ਸੌਖਾ ਸੌਖਾ ਹੀ ਰੱਖਾਂਗੇ। ਹੁਣ ਇੱਕ ਓਂਕਾਰ ਤੇ ਰੱਬ ਇੱਕ ਹੈ। ਹੁਣ ਇਹ ਸਿੱਧ ਹੋ ਚੁੱਕਾ ਕਿ ਬੰਦਾ ਵੀ ਇੱਕ ਹੀ ਹੈ, ਇੱਕ ਬੰਦੇ ਵਰਗਾ ਇੱਕ ਹੀ ਆ। ਉਹਦਾ ਨਾਂ, ਉਹਦਾ ਚਿਹਰਾ, ਉਹਦਾ ਪਿੰਡ, ਈਵਨ ਉਹਦੇ ਡੈਡੀ ਦਾ ਨਾਂ ਵੀ ਇੱਕ ਹੋ ਸਕਦਾ। ਪਰ ਇੱਕ ਬੰਦੇ ਦੇ ਦੂਜੇ ਬੰਦੇ ਦੇ ਨਾਲ ਫਿੰਗਰਪ੍ਰਿੰਟ ਨਹੀਂ ਮਿਲਦੇ। ਠੀਕ ਹੈ। ਇਹ ਯੂਨੀਕ ਹੈ, ਉਹ ਬੰਦਾ ਇੱਕ ਹੈ, ਉਦਾਂ ਦਾ ਹੋਰ ਨਹੀਂ ਹੋ ਸਕਦਾ, ਉਹਦੇ ਵਰਗਾ ਹੋਰ ਨਹੀਂ। ਉਹਦੀ ਆਇਡੈਂਟੀਫਿਕੇਸ਼ਨ ਫਿੰਗਰਪ੍ਰਿੰਟ ਤੋਂ ਜੇ ਲਈ ਜਾਵੇ ਤਾਂ ਉਸ ਆਇਡੈਂਟੀਫਿਕੇਸ਼ਨ ਵਾਲਾ ਬੰਦਾ ਹੋਰ ਕੋਈ ਨਹੀਂ। ਬਿਲਕੁਲ ਠੀਕ। ਹਾਂ, ਗੁਣ ਰਲਦੇ ਹੋ ਸਕਦੇ, ਸ਼ਕਲ ਵੀ ਰਲਦੀ ਹੋ ਸਕਦੀ, ਨਾਂ ਵੀ ਰਲਦੇ ਹੋ ਸਕਦੇ ਆ, ਪਰ ਉਹਦੇ ਫਿੰਗਰਪ੍ਰਿੰਟ ਨਹੀਂ ਚੱਲਣਗੇ। ਇਹ ਇੱਕ ਹੈ। ਸਤਨਾਮ ਸ਼ਬਦ ਬੜਾ ਪਿਆਰਾ, ਜਿੱਦਾਂ ਕੋਈ ਸਮਝਦਾ ਉਹਨੂੰ ਮੁਬਾਰਕ ਹੈ। ਪਰ ਬਾਬਾ ਕੀ ਕਹਿੰਦਾ? ਸਤਨਾਮ ਕਰਤਾ ਪੁਰਖ। ਹੁਣ ਅਸੀਂ ਸਤਨਾਮ ਕਰਤਾ ਪੁਰਖ ਦਾ ਨਾਂ ਰੱਖ ਲਿਆ ਵੀ ਉਹਦਾ ਨਾਂ ਸੱਚਾ। ਠੀਕ ਹੈ। ਠੀਕ ਹੈ, ਭਾਵਨਾ ਉਹੀ ਹੈ, ਪਰ ਜਿਹੜਾ ਮਹਿਨਾ ਆ, ਉਹ ਮਹਿਨਾ ਉੱਥੇ ਨਹੀਂ ਜਾਂਦਾ। ਬਾਬੇ ਨਾਨਕ ਇੱਕ ਤਾਂ ਇੱਕ ਅੱਲਾ ਸਿੱਧ ਕਰਤਾ, ਪੇਕਿਆ। ਦੂਜਾ ਕੀ ਆ? ਸਤ। ਸਤ ਕੀ ਆ? ਸੱਚ, ਸੱਚਾਈ, ਸਤ। ਨਾਮ ਇਬਾਦਤ, ਕਰਤਾ ਪੁਰਖ। ਇਬਾਦਤ ਜਿਹੜੀ ਕਰਨੀ ਹੈ ਉਹ ਸੱਚ ਦੀ ਕਰਨੀ ਹੈ। ਠੀਕ ਹੈ। ਤੇ ਉਹ ਸੱਚਾ ਕੌਣ ਆ? ਕਰਤਾ ਪੁਰਖ। ਕਰਤਾ ਪੁਰਖ। ਕਰਤਾ ਪੁਰਖ ਕੌਣ ਆ? ਉਹੀ ਪਰਮੇਸ਼ਰ ਦੀ ਗੱਲ, ਰੱਬ ਦੀ ਗੱਲ ਜਿਹੜੀ ਗੱਲ। ਕਰਤਾ ਪੁਰਖ ਕੌਣ ਆ? ਉਹੀ ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ। ਇਹ ਉਹਦੇ ਗੁਣ ਆ, ਇਹ ਉਹਦੇ ਗੁਣ ਆ। ਇਹ ਕਰਤਾ ਪੁਰਖ ਦੇ ਗੁਣ ਆ। ਤੇ ਸਾਡੇ ਵਾਸਤੇ ਜਿਹੜਾ ਹੁਕਮ ਆ, ਸਾਡੇ ਵਾਸਤੇ ਹੁਕਮ ਇਹ ਆ ਵੀ ਕਰਤਾ ਪੁਰਖ ਦੀ ਇਬਾਦਤ ਕਰਨੀ ਆ, ਕਿਉਂਕਿ ਉਹੀ ਸੱਚਾ। ਠੀਕ ਹੈ। ਉਦੋਂ ਬਿਨਾਂ ਹੋਰ ਕੋਈ ਨਹੀਂ ਸੱਚਾ। ਠੀਕ ਹੈ। ਇਹ ਜਿਹੜੇ ਇਹ ਗੁਣ ਵਾ, ਇਹ ਉਹਦੇ ਵਿੱਚ ਹੀ ਹੋ ਸਕਦੇ ਆ, ਆਮ ਮਨੁੱਖ 'ਚ ਨਹੀਂ ਹੋ ਸਕਦੇ। ਨਹੀਂ ਹੋ ਸਕਦੇ। ਹੁਣ ਦੇਖੋ, ਕੋਈ ਕਿੰਨਾ ਵੀ ਕਹੀ ਜਾਏ, ਕਈ ਬੰਦੇ ਕਹਿੰਦੇ ਵੀ ਮੈਂ ਨਿਤਨਾਮ ਕੀਤੇ ਬਿਨਾਂ ਨਹੀਂ ਰਹਿ ਸਕਦਾ। ਮੁਬਾਰਕ ਹੈ, ਚੰਗੀ ਗੱਲ ਹੈ। ਉਹਨੂੰ ਇਸ ਗੱਲ ਦਾ ਡਰ ਹੈ ਵੀ ਮੈਂ ਨਿਤਨੇਮ ਕਰਨਾ ਆ। ਜੇ ਨਾ ਮੈਂ ਕੀਤਾ ਤਾਂ ਮੇਰਾ ਦਿਨ ਚੰਗਾ ਨਹੀਂ ਲੰਘਣਾ, ਕੋਈ ਨਾ ਕੋਈ ਵਿਘਨ ਪੈ ਸਕਦਾ। ਹੁਣ ਇਹ ਜਿਹੜਾ ਡਰ ਹੈ, ਇਸ ਡਰ ਨੂੰ ਅਸੀਂ ਪਿਆਰ ਕਹਿ ਸਕਦੇ ਹਾਂ। ਠੀਕ ਹੈ। ਇਹ ਡਰ ਇਸ ਕਿਸਮ ਦਾ ਨਹੀਂ ਵੀ ਜੇ ਮੈਂ ਨਿਤਨੇਮ ਨਾ ਕੀਤਾ ਤਾਂ ਰੱਬ ਮੇਰੇ ਗੋਲੂ ਮਾਰੂਗਾ। ਇਹੋ ਜਿਹਾ ਡਰ ਨਹੀਂ। ਇਹ ਪਿਆਰ ਵਾਲੀ ਸ਼੍ਰੇਣੀ 'ਚ ਆ ਜਾਂਦਾ ਹੈ, ਜਿਹਨੂੰ ਜਨੂਨ ਕਹਿ ਦਿੰਦੇ ਨਾ, ਜਨੂਨ। ਇਹ ਜਨੂਨ ਵਾਲੇ ਪਾਸੇ ਜਾਂਦਾ। ਠੀਕ। ਪਿਆਰ ਹੈ। ਸੋ ਬਾਬੇ ਨਾਨਕ ਦੀ ਜਿਹੜੀ ਲਾਈਫ ਹੈ, ਉਹਦਾ ਧੁਰਾ ਜਿਹੜਾ ਨਾ ਸੱਚ ਹੈ। ਬਿਲਕੁਲ। ਏਕ ਓਂਕਾਰ ਸਤਨਾਮ। ਜਿੰਨੀਆਂ ਵੀ ਕਹਾਣੀਆਂ ਹੁਣ ਤੱਕ ਸੁਣਨ ਨੂੰ ਮਿਲੀਆਂ, ਜਿਹੜੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਬਾਬਾ ਨਾਨਕ ਦੀ ਜ਼ਿੰਦਗੀ ਨਾਲ ਜੋੜ ਕੇ ਪੇਸ਼ ਕੀਤੀਆਂ ਗਈਆਂ, ਉਹਨਾਂ ਨੂੰ ਜਦੋਂ ਤੁਸੀਂ ਧਿਆਨ ਨਾਲ ਸੁਣੋ, ਵਾਚੋ, ਪੜ੍ਹੋ ਜਾਂ ਵਿਚਾਰਨ ਦੀ ਕੋਸ਼ਿਸ਼ ਕਰੋ, ਤਾਂ ਉਹ ਜਿਹੜੀ ਗੱਲ ਤੁਸੀਂ ਕਹੀ ਹੈ, ਉਹ ਸੱਚ ਦੇ ਦੁਆਲੇ ਹੀ ਘੁੰਮਦੀਆਂ। ਬਿਲਕੁਲ। ਬਾਬੇ ਨਾਨਕ ਦੀ ਲਾਈਫ ਸੱਚ ਹੈ। ਸੱਚ, ਉਹਨਾਂ ਨੇ ਤਾਂ ਗੱਲ ਹੀ ਸੱਚ ਤੋਂ ਸ਼ੁਰੂ ਕੀਤੀ, ਸੱਤ ਤੇ ਸੱਚ। ਪਰ ਇੱਕ ਗੱਲ ਮੈਂ ਇਹ ਵੀ ਕਹਿਣੀ ਚਾਹੁੰਦਾ, ਜਿਹੜੀ ਤੁਹਾਨੂੰ ਲੱਗਦਾ ਨਾ ਸੱਚੀ ਨਹੀਂ ਹੈਗੀ, ਉਹ ਬਾਬੇ ਨਾਨਕ ਦੀ ਗੱਲ ਹੀ ਨਹੀਂ ਹੈਗੀ। ਬਿਲਕੁਲ, ਉਹ ਕਹਾਣੀ ਹੈ, ਝੂਠੀ ਹੈ, ਕਹਾਣੀ ਆ। ਹੁਣ ਦੇਖੋ, ਬਾਬਾ ਨਾਨਕ ਤੇ ਬਚਪਨ ਨਾਲ ਹੀ, ਕਿਉਂਕਿ ਆਪਾਂ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ, ਤੇ ਬਚਪਨ ਤੋਂ ਹੀ ਗੱਲ ਸ਼ੁਰੂ ਕਰਦੇ ਹਾਂ। ਬਾਬਾ ਨਾਨਕ ਦੇ ਬਚਪਨ ਦੇ ਨਾਲ 3-4 ਕਹਾਣੀਆਂ ਜੋੜ ਦਿੱਤੀਆਂ।
ਇਹੋ ਜੀ ਗੱਲ ਹੋਈ ਹੋਗੀ, ਘਟਨਾ ਹੋਈ ਹੋਏਗੀ, ਪਰ ਉਸ ਘਟਨਾ ਨੂੰ ਐਸੇ ਤਰੀਕੇ ਨਾਲ ਪੇਸ਼ਕਾਰੀ ਉਹਦੀ ਗਲਤ ਹੈਗੀ ਆ, ਐਸੇ ਤਰੀਕੇ ਨਾਲ ਪੇਸ਼ ਕਰਤਾ ਵੀ ਹਰੇਕ ਬੰਦਾ ਉਹ ਤੇ ਸ਼ੱਕ ਕਰਦਾ। ਜਿਹੜੀ ਸਾਖੀ ਹੈ, ਸਾਖੀ ਦਾ ਮਤਲਬ ਵੀ ਉਸ ਬੰਦੇ ਉਸ ਘਟਨਾ ਦੇ ਸਾਡੇ ਕੋਲ ਗਵਾਹ ਹੈਗੇ ਆ। ਹੁਣ ਦੇਖੋ ਬਚਪਨ ਦੇ ਨਾਲ ਸਾਖੀ ਜੋੜੀ ਹੈ। ਇੱਕ ਸੱਪ ਆ ਗਿਆ, ਇੱਕ ਵਾਰੀ ਬਾਬਾ ਦਰਖਤ ਥੱਲੇ ਸੁੱਤੇ ਪਏ ਸੀ ਤੇ ਇੱਕ ਵਾਰੀ ਡੰਗਰ ਖਾ ਗਏ, ਫਸਲ ਖਾ ਗਏ, ਫਸਲ ਖਾ। ਇਹ 3-4 ਕਹਾਣੀਆਂ ਅੱਗੜ ਪਿੱਛੜ ਬਚਪਨ ਦੇ ਨਾਲ ਜੁੜੀਆਂ। ਹੁਣ ਇਸ ਗੱਲ ਤੋਂ ਇਨਕਾਰੀ ਨਹੀਂ ਕੀਤੀ ਜਾ ਸਕੀ ਕਿ ਉਸ ਟਾਈਮ ਤੇ ਚਰਾਂਦਾਂ ਖੁੱਲੀਆਂ ਸੀ, ਲੋਕੀ ਡੰਗਰ ਪਸ਼ੂ ਰੱਖਦੇ ਸੀ। ਮੰਨੀ ਜਾ ਸਕਦੀ ਗੱਲ ਕਿ ਬਾਬਾ ਵੀ ਡੰਗਰ ਲੈ ਕੇ ਗਿਆ ਹੋਊਗਾ, ਫਸਲ ਚਰ ਵੀ ਗਏ ਹੋਣਗੇ, ਡੰਗਰ ਫਸਲ ਵੀ ਚਰ ਗਏ ਹੋਣਗੇ, ਸੱਪ ਵੀ ਆਇਆ ਹੋਊਗਾ। ਪਰ ਸੱਪ ਆ ਕੇ ਛਾਂ ਕਰਦਾ। ਹੁਣ ਇਸ ਸੱਪ ਦਾ ਤਾਂ ਕੰਮ ਹੀ ਨਹੀਂ ਛਾਂ ਕਰਨਾ। ਦੇਖੋ ਹੁਣ ਇਸ ਗੱਲ ਨੂੰ ਆਪਾਂ ਲੌਜਿਕ ਦੇ ਵਿੱਚ ਦੇਖਾਂ ਕਿ ਬਾਬਾ ਨਾਨਕ ਨੂੰ ਅਸੀਂ ਇਹ ਕਹਿੰਦੇ ਆ ਕਿ ਉਹਨੂੰ ਬ੍ਰਹਿਮੰਡ ਦੀ ਲੋੜ ਸੀ। ਸਾਨੂੰ ਅਸੀਂ ਕਿਤਾਬ ਇੱਕ ਪੜ੍ਹੀ, ਸਾਨੂੰ ਉਸ ਕਿਤਾਬ ਬਾਰੇ ਪਤਾ ਹੋ ਸਕਦਾ, ਉਦੋਂ ਵੱਧ ਨਹੀਂ। ਜਿੰਨੀਆਂ ਕਿਤਾਬਾਂ ਪੜ੍ਹੀਆਂ ਉਹਨਾਂ ਬਾਰੇ ਪਤਾ ਹੋ ਸਕਦਾ, ਉਦੋਂ ਵੱਧ ਨਹੀਂ। ਪਰ ਬਾਬਾ ਨਾਨਕ ਦੀ ਜਦੋਂ ਅਸੀਂ ਫਿਲਾਸਫੀ, ਜਿਹੜੀਆਂ ਉਹਨਾਂ ਦੀਆਂ ਗੱਲਾਂ ਕਹੀਆਂ, ਉਹ ਨਾ ਕੇਵਲ ਆਤਮਵਾਦ ਜਾਂ ਅਧਿਆਤਮਵਾਦ, ਉਹ ਸਾਇੰਟੀਫਿਕਲੀ ਪ੍ਰੂਵ ਹੋ ਰਹੀਆਂ। ਮੈਂ ਉਹੀ ਗੱਲ ਤੁਹਾਡੇ ਨਾਲ ਲੱਗਾ ਸੀ ਕਰਨ, ਬਾਬੇ ਨਾਨਕ ਨੇ ਇੰਨੀ ਗੁਰਬਾਣੀ ਦੀ ਰਚਨਾ ਕੀਤੀ ਆ, ਉਹਨੇ ਕਿਤੇ ਨਾ ਕਿਤੇ ਲਿਖ ਦੇਣਾ ਸੀ ਜ਼ਰੂਰ। ਬਿਲਕੁਲ ਸੱਪ ਵਾਲੀ ਗੱਲ ਲਿਖ ਦੇਣੀ ਸੀਗੀ, ਜਾਂ ਉਹ ਫਸਲ ਜਿਹੜੇ ਪਸ਼ੂ ਚਰ ਗਏ ਸੀਗੇ ਉਹਨਾਂ ਬਾਰੇ ਲਿਖ ਦੇਣਾ ਸੀ ਵੀ ਜੇ ਤੁਸੀਂ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋਵੋ ਤੇ ਤੁਹਾਨੂੰ ਸੱਪ ਵੀ ਕੁਛ ਨਹੀਂ ਕਹੂਗਾ ਤੇ ਫਸਲ ਵੀ ਦੁਬਾਰਾ ਆ ਜਾਣੀ ਸੀ। ਇਹ ਗੱਲ ਕਿਤੇ ਨਾ ਕਿਤੇ ਜ਼ਿਕਰ ਉਹਨੇ ਕਰਨਾ ਸੀ। ਜਿਹੜਾ ਕਿ ਇਹ ਛੋਟੇ ਇਨਸੀਡੈਂਟ ਨੇ ਜਿਹੜੇ ਅਸੀਂ ਅੱਜ ਤੱਕ ਕਹਿ ਰਹੇ ਹਾਂ ਵੀ ਉਹਨਾਂ ਦੀ ਜ਼ਿੰਦਗੀ ਦੇ ਨਾਲ ਅਟੈਚ ਆ ਗੱਲਾਂ। ਹੁਣ ਦੇਖੋ ਸੱਪ ਵਾਲੀ ਗੱਲ ਸਿੱਧ ਹੋ ਚੁੱਕਾ ਕਿ ਸੱਪ ਨੂੰ ਚੰਗੇ ਬੰਦੇ ਜਾਂ ਮਾੜੇ ਬੰਦੇ, ਇਹਦੀ ਕੋਈ ਪਛਾਣ ਨਹੀਂ ਆ, ਇਹਨੂੰ ਕੋਈ ਪਛਾਣ ਨਹੀਂ, ਇਹ ਲਈ ਦੋ ਇੱਕੋ ਜਿਹਾ ਹੀ ਆ। ਸੱਪ ਉਨੀ ਦੇਰ ਅਟੈਕ ਨਹੀਂ ਕਰਦਾ ਜਿੰਨੀ ਦੇਰ ਉਹਨੂੰ ਡਰ ਨਹੀਂ ਪੈਂਦਾ, ਆਪਣੀ ਲਾਈਫ ਦਾ ਡਰ ਨਾ ਹੋਵੇ। ਹੁਣ ਬਾਬਾ ਨਾਨਕ ਡੰਗਰ ਚਾਰਨ ਗਏ ਸੀ, ਸੌਂ ਗਏ ਹੋਣਗੇ, ਕੁਦਰਤੀ ਗੱਲ ਹੈ, ਕੁਦਰਤੀ ਗੱਲ ਹੈ, ਨਿਆਣੇ ਦੀ। ਸੱਪ ਆਇਆ ਹੋਏਗਾ, ਪਿੰਡਾਂ 'ਚ ਸੱਪ ਆਮ ਨਿਕਲਦਾ। ਹੁਣ ਸੱਪ ਦੇ ਨੇ ਦੇਖਿਆ ਵੀ ਮੇਰੇ ਰਾਹ 'ਚ ਬੰਦਾ ਲੰਮਾ ਪਿਆ ਤੇ ਉਹ ਇਤਿਆਤਨ ਬਾਅਦ ਖੜਾ ਕੀਤਾ ਹੋਊਗਾ। ਉਹਨੇ ਦੇਖਿਆ ਆਲਾ ਗਲਾ ਪਈ ਤਾਂ ਮੈਨੂੰ ਕਹਿੰਦਾ ਕੁਝ ਨਹੀਂ, ਉਹ ਲੰਘ ਗਿਆ। ਕਿਸੇ ਬੰਦੇ ਨੇ ਦੇਖ ਲਿਆ, ਦੇਖ ਕੇ ਉਹਨੇ ਕਹਾਣੀ ਬਣਾ ਕੇ ਰੌਲਾ ਪਾਤਾ ਤੇ ਸੱਪ ਨੇ ਛਾਂ ਕੀਤੀ। ਹੁਣ ਦੇਖੋ ਇਸ ਗੱਲ ਦਾ ਜਵਾਬ ਅਸੀਂ ਬਾਬਾ ਨਾਨਕ ਕੋਲੋਂ ਹੀ ਲੈਨੇ ਵੀ ਕੀ ਇਹ ਗੱਲ ਸੱਚੀ ਹੈ। ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ। ਹੁਣ ਸੱਪ ਬਾਰੇ ਭਾਈ ਗੁਰਦਾਸ ਜੀ ਕੀ ਲਿਖਦੇ ਆ, ਸੱਪੇ ਦੁੱਧ ਪਿਆਈਏ ਵਿਓ ਮੁੱਖੋਂ ਸੁੱਟੇ। ਸੱਪ ਕੋਲ ਦੇਣ ਵਾਸਤੇ ਸਵਾਏ ਜ਼ਹਿਰ ਤੋਂ ਹੋਰ ਕੋਈ ਚੀਜ਼ ਨਹੀਂ। ਤੁਸੀਂ ਚਾਹੇ ਉਹਨੂੰ ਦੁੱਧ ਪਿਲਾਓ, ਚਾਹੇ ਕੱਚੀ ਲੱਸੀ ਪਿਲਾਓ, ਜੋ ਮਰਜ਼ੀ ਕਰੋ, ਉਹਦੇ ਕੋਲ ਜ਼ਹਿਰ ਆ, ਉਹਨੂੰ ਜ਼ਹਿਰ ਦੇਣੀ, ਜ਼ਹਿਰ ਹੀ ਵੰਡਣੀ ਉਹਨੇ। ਕਰੈਕਟਰ ਐਸਟੈਬਲਿਸ਼ ਹੋ ਗਿਆ। ਭਗਤ ਕਬੀਰ ਜੀ ਕੀ ਕਹਿ ਰਹੇ ਆ? ਕਬੀਰ ਸਾਹਿਬ ਦੀ ਬਾਣੀ ਇਹ ਗ੍ਰੰਥ ਸਾਹਿਬ ਦੇ ਵਿੱਚ ਦਾਖਲ ਹੈ। ਮੈਂ ਬਾਣੀ ਨਹੀਂ ਬੋਲੂੰਗਾ, ਮੈਂ ਨਹੀਂ ਬੋਲੂੰਗਾ। ਸਰਪਣ ਹੋਏ ਕੇ ਉਤਰੇ ਆਪਣੇ ਹੀ ਖਾਏ। ਉਹ ਇਹ ਕਹਿ ਰਹੇ ਆ, ਸਪਣੀ ਦੀ ਗੱਲ ਕਰ ਰਹੇ, ਪੂਰਾ ਸਬਜੈਕਟ ਫਿਰ ਕਰਾਂਗੇ। ਉਹ ਸਪਣੀ ਦੀ ਗੱਲ ਕਰ ਰਹੇ ਵੀ ਇਹ ਤਾਂ ਆਪਣੇ ਬੱਚੇ ਖਾਂਦੇ ਆ। ਅੱਛਾ ਜੀ। ਉਹ ਸ਼ਲੋਕ ਤਾਂ ਇਹ ਆ ਵੀ ਜਿਹੜੀ ਕੋਈ ਇਸਤਰੀ ਸਿਵੇ ਜਗਾਉਣ ਜਾਂਦੀ ਆ, ਸਿਵੇ ਜਗਾਉਣ ਜਾਂਦੇ ਮਤਲਬ ਜਿਹਦੇ ਬੱਚਾ ਨਹੀਂ ਹੁੰਦਾ, ਗੀਤਾਂ ਦਾ ਪਖੰਡ ਚੱਲਦਾ ਹੁੰਦਾ ਸੀ, ਸਿਵਿਆਂ 'ਚ ਜਾ ਕੇ ਤੂੰ ਆਹ ਕਰ ਤੇ ਆਹ ਕਰ, ਤੇਰੇ ਨਿਆਣੇ ਹੋ ਜਾਣਗੇ, ਉਹਦੇ ਮਰ ਜਾਣਗੇ। ਤੇ ਉਹਦੇ ਬਾਰੇ ਭਗਤ ਕਬੀਰ ਜੀ ਲਿਖਦੇ, ਸਰਪਣ ਹੋਏ ਕੇ ਉਤਰੇ ਆਪਣੇ ਹੀ ਖਾਏ। ਜਿਹੜੀ ਇਸਤਰੀ ਇਹੋ ਜਿਹਾ ਕੰਮ ਕਰਦੀ ਆ ਉਹ ਸਪਣੀ ਬਣੂਗੀ। ਹੁਣ ਸਪਣੀ ਕੀ ਆ? ਸਪਣੀ ਦੇ ਜਦੋਂ ਆਂਡੇ ਦਿੰਦੀ ਆ ਤੇ ਆਂਡਿਆਂ ਦੇ ਦੁਆਲੇ ਜਿਹੜੇ ਹੈਚ ਹੁੰਦੇ ਆ ਨਾ, ਫੁੱਟਣ ਲੱਗਦੇ ਆ ਤੇ ਉਹਦੇ ਦੁਆਲੇ ਗੀੜਾ ਬੰਨ੍ਹ ਕੇ ਬਹਿ ਜਾਂਦੀ ਆ। ਠੀਕ ਹੈ। ਇਹਦੇ ਬੋਡੀ ਦੇ ਉੱਤੋਂ 'ਚ ਜਿਹੜਾ ਕੋਈ ਟੱਪ ਕੇ ਨਿਕਲ ਗਿਆ ਉਹ ਉਹੀ ਸੱਪ ਵੱਜਦਾ, ਬਾਕੀ ਇਹ ਨਹੀਂ ਛੱਡਦੀ, ਖਾ ਜਾਂਦੀ ਆ। ਅੱਛਾ ਜੀ। ਇਹ ਸੱਪ ਦਾ ਕਰੈਕਟਰ ਹੈ। ਹੁਣ ਉਹ ਸੱਪ ਜਿਹੜਾ ਆਪਣੇ ਬੱਚੇ ਨਹੀਂ ਛੱਡਦਾ ਵੀ ਉਹ ਬਾਬਾ ਨਾਨਕ ਦਾ ਕੀ ਲੱਗਦਾ ਸੀ?
ਹੂੰ ਹੂੰ ਇਹਦੇ ਤੇ ਅੱਗੇ ਚਲੀਏ ਥੋੜਾ ਜਿਹਾ। ਹੂੰ ਵਿਚਾਰ ਦਿੱਤਾ ਜਾਂਦਾ ਵੀ ਬਾਬਾ ਨਾਨਕ ਜਿਹਦੇ ਵੱਲ ਦੇਖ ਲੈਂਦਾ ਸੀ ਉਹਦਾ ਸੁਭਾਅ ਬਦਲੀ ਕਰ ਦਿੰਦਾ ਸੀ। ਸੱਚੀ ਗੱਲ ਹੈ। ਨਾ ਨਹੀਂ ਇਦਾਂ ਦੀਆਂ ਗੱਲਾਂ ਕਹਾਣੀਆਂ ਸੁਣੀਆਂ ਵੀ ਆ, ਕੌਡਰ ਰੱਖ ਦੀ ਗੱਲ, ਹਾਂ। ਵਲੀ ਕੰਧਾਰੀ ਦੀ ਗੱਲ। ਸੱਚੀ ਗੱਲ ਹੈ। ਹਾਂਜੀ ਹਾਂਜੀ। ਪਰ ਇੱਥੇ ਤਾਂ ਬਾਬੇ ਨਾਨਕ ਨੇ ਦੇਖਿਆ ਨਹੀਂ, ਬਾਬਾ ਨਾਨਕ ਤਾਂ ਸੁੱਤਾ ਪਿਆ। ਹੂੰ ਤੇ ਸੱਪ ਦਾ ਸੁਭਾਅ ਤਾਂ ਬਦਲੀ ਹੋਣਾ ਨਹੀਂ। ਹੂੰ ਜੇ ਸੱਪ ਦਾ ਸੁਭਾਅ ਬਦਲੀ ਹੋ ਵੀ ਜਾਊਗਾ ਤੇ ਕੀ ਹੋ ਜਾਊਗਾ? ਹੂੰ ਉਹ ਜ਼ਹਿਰ ਦੀ ਥਾਂ ਅੰਮ੍ਰਿਤ ਦੇਣ ਲੱਪੂਗਾ। ਹੂੰ ਸੋ ਇਹ ਕਹਾਣੀ ਗੁਰਮਤਿ ਦੀ ਕਸਵੱਟੀ ਤੇ ਸਹੀ ਨਹੀਂ ਉਤਰਦੀ। ਇਹ ਮੰਨਿਆ ਜਾ ਸਕਦਾ ਇਸ ਕਹਾਣੀ ਦੇ ਵਿੱਚ ਸਾਖੀ ਰੂਪ 'ਚ ਇਹ ਮੰਨਿਆ ਜਾ ਸਕਦਾ ਵੀ ਬਾਬਾ ਨਾਨਕ ਸੁੱਤੇ ਹੋਣਗੇ, ਸੱਪ ਆਇਆ ਹੋਊਗਾ, ਖੜਾ ਵੀ ਫਨ ਵੀ ਫੈਲਾਇਆ ਹੋਊਗਾ। ਹੁਣ ਜਿਸ ਬੰਦੇ ਨੇ ਇਹ ਗੱਲ ਕੀਤੀ ਉਹਨੇ ਡੈਫੀਨੇਟਲੀ ਜਾ ਕੇ ਘਰ ਗੱਲ ਕੀਤੀ ਹੋਊਗੀ ਮੈਂ ਸੱਪ ਦੇਖਿਆ ਬਾਬੇ ਨਾਨਕ ਦੇ ਉੱਤੇ ਸੀ। ਉਸ ਵੇਲੇ ਦਾ ਜਿਹੜਾ ਰਿਐਕਸ਼ਨ ਆ ਉਹਦੇ ਘਰਦਿਆਂ ਦਾ, ਜੇ ਗਲੀ ਮਹੱਲੇ ਦਾ ਜਿਨ ਵੀ ਸੁਣਿਆ ਹੋਣਾ, ਉਹਨਾਂ ਦਾ ਪਹਿਲਾ ਸਵਾਲ ਇਹ ਹੋਇਆ ਕਿ ਸੱਪ ਮਾਰ ਦਿੱਤਾ। ਨੈਚੁਰਲੀ ਇਹ ਹੁੰਦੀ ਹੈ ਆਮ ਗੱਲ ਇਹ। ਤੇ ਜੇ ਉਹਨਾਂ ਨੇ ਦਿਖਾਊਗਾ ਮਾਰ ਦਿੱਤਾ ਤਾਂ ਕਹਿਣਾ ਹੋਣਾ ਚੰਗੀ ਗੱਲ, ਜੇ ਕਹਿੰਦਾ ਨਹੀਂ ਮਾਰਿਆ ਨੇ ਤੇ ਉਹਨਾਂ ਨੇ ਨਿਆਣਿਆਂ ਨੂੰ ਵਰਜਿਆ ਹੋਊਗਾ ਵੀ ਉਧਰਲੇ ਪਾਸੇ ਨਾ ਜਾਇਓ। ਸੋ ਇਹ ਜਿਹੜੀ ਕਹਾਣੀ ਆ ਸੱਪ ਵਾਲੀ, ਕਰੈਕਟਰ ਦਾ ਪਤਾ ਲੱਗ ਗਿਆ। ਤੇ ਧਾਮੀ ਸਾਹਿਬ ਜਿਹੜੇ ਮੈਂ ਇੱਕ ਜਿਹੜੀ ਚਿੰਤਾ ਵਾਲੀ ਗੱਲ ਜਾਂ ਜਿਹੜੀ ਗੱਲ ਤੇ ਮੈਂ ਸਮਝਦਾ ਕਿ ਸਾਨੂੰ ਜ਼ਰੂਰ ਡਿਸਕਸ ਕਰਨਾ ਚਾਹੀਦਾ, ਉਹ ਇਹ ਹੈ ਕਿ ਅਸੀਂ ਇਹੋ ਜਿਹੀਆਂ ਜਿਹੜੀਆਂ ਕਹਾਣੀਆਂ ਉਹਨਾਂ ਤੇ ਸਾਰਾ ਜ਼ੋਰ ਲਾਇਆ ਹੁੰਦਾ। ਗੁਰਬਾਣੀ ਦੇ ਵਿੱਚ ਬਾਬੇ ਨਾਨਕ ਨੇ ਜੋ ਸੰਦੇਸ਼ ਦਿੱਤਾ, ਜਿਹੜਾ ਉਦੋਂ ਵੀ ਉਹੀ ਸੀਗਾ, ਉਹਦਾ ਮਤਲਬ ਤੇ ਅੱਜ ਵੀ ਉਹੀ ਹੈ, ਅਗਲੀਆਂ ਪੀੜ੍ਹੀਆਂ ਤੱਕ ਵੀ ਉਹੀ ਰਹਿਣਾ, ਉਹ ਬਦਲਣਾ ਨਹੀਂ ਹੈਗਾ। ਅਸੀਂ ਬਾਬੇ ਨਾਨਕ ਦੇ ਜਿਹੜੇ ਸਿਧਾਂਤ ਹੈ, ਜਿਹੜਾ ਉਪਦੇਸ਼ ਹੈ, ਜਿਹੜੀ ਉਹਨਾਂ ਦੀ ਬਾਣੀ ਹੈ, ਉਹਨਾਂ ਤੇ ਜ਼ਿਕਰ ਕਰਨ ਦੀ ਨਹੀਂ ਮਤਲਬ ਗੱਲ ਕਰਦੇ। ਉਹਨੂੰ ਜੇ ਅਸੀਂ ਪੜ੍ਹਦੇ ਹਾਂ ਤੇ ਉਹਨੂੰ ਅਸੀਂ ਸਿਰਫ ਮਤਲਬ ਇੱਦਾਂ ਹੀ ਆ ਵੀ ਘੋਟਾ ਲਾ ਲਓ, ਗੱਲ ਖਤਮ। ਜੇ ਸਾਨੂੰ ਬਾਬੇ ਨਾਨਕ ਦੀ ਕੋਈ ਗੱਲ ਯਾਦ ਆ ਨਾ, ਉਹ ਇਹੀ ਆ ਵੀ ਬਾਬੇ ਨੇ 20 ਰੁਪਈਆਂ ਦਾ ਲੰਗਰ ਲਾਇਆ ਸੀ। ਹਾਂਜੀ ਬਿਲਕੁਲ, ਉਹ ਅਸੀਂ ਕਹਿੰਦੇ ਅੱਜ ਵੀ ਚੱਲਦਾ, ਉਹ ਅੱਜ ਵੀ ਚੱਲਦਾ। ਇਦੋਂ ਅੱਗੇ ਸਿੱਖਾਂ ਨੇ ਸਵਾਏ ਲੰਗਰ ਤੋਂ ਬਾਬੇ ਦੀ ਹੋਰ ਕੋਈ ਗੱਲ ਨਹੀਂ ਮੰਨੀ। ਮੈਂ ਇਹ ਲੰਗਰ ਤੇ ਵੀ ਆਉਣਾ, ਪਹਿਲਾਂ ਮੈਂ ਉਹ ਬਚਪਨ ਵਾਲੀ ਕਹਾਣੀ ਪੂਰੀ ਕਰ ਦਿਆਂ। ਸੱਪ ਵਾਲੀ ਕਹਾਣੀ ਪੂਰੀ ਹੋ ਗਈ। ਅਗਲੀ ਕਹਾਣੀ ਪਈ ਬਾਬੇ ਨਾਨਕ ਨੂੰ ਸੁੱਤੇ ਨੂੰ ਧੁੱਪ ਆ ਗਈ ਤੇ ਬਾਕੀ ਦਰਖਤਾਂ ਦੇ ਪਰਛਾਵੇਂ ਜਿਹੜੇ ਆ ਚੇਂਜ ਹੋ ਗਏ ਤੇ ਇੱਕ ਦਰਖਤ ਦਾ ਪਰਛਾਵਾਂ ਉੱਥੇ ਹੀ ਖੜਾ ਰਿਹਾ ਜਿੱਥੇ ਬਾਬਾ ਨਾਨਕ ਸੁੱਤਾ ਸੀ। ਉਹਨੇ ਛਾਂ ਕਰ ਰੱਖੀ। ਹੁਣ ਦੇਖੋ, ਧੁੱਪ ਤੇ ਛਾਂ ਇਹਦਾ ਸੰਬੰਧ ਹੈਗਾ ਸੂਰਜ ਦੇ ਨਾਲ। ਸੂਰਜ ਹਰ ਸੈਕਿੰਡ ਮੂਵ ਕਰ ਰਿਹਾ, ਪਲ ਮੂਵ ਕਰਦਾ ਜੀ। ਉਦੋਂ ਵੀ ਕਰਦਾ ਸੀ, ਅੱਜ ਵੀ ਕਰਦਾ। ਜਿਉਂ ਸੂਰਜ ਨੇ ਮੂਵ ਕਰੀ ਜਾਣਾ ਤੇ ਉਹਦੇ ਪਰਛਾਵੇਂ ਨੇ ਮੂਵ ਹੋਈ ਜਾਣਾ। ਇਹ ਗੱਲ ਜੁਦੀ ਆ ਕਿ ਜੇ ਕੋਈ ਬੜਾ ਦਰਖਤ ਹੋਵੇ ਤੇ ਉਹ ਜਿੱਥੇ ਉਹਦਾ ਤਣਾ ਹੁੰਦਾ ਉੱਥੇ ਛਾਂ ਰਹਿੰਦੀ ਹੈ, ਕਿਉਂਕਿ ਉਹਦਾ ਖਲਾਰ ਕਈ ਦਰਖਤ ਇਦਾਂ ਦੇ ਹੁੰਦੇ ਆ ਜੀ, ਸੂਰਜ ਜਿੱਦਾਂ ਮਰਜੀ ਘੁੰਮੀ ਚੱਲੇ, ਉਹ ਛਾਂ ਥੱਲੇ ਉਹਦੀ ਰਹਿੰਦੀ ਹੈ। ਪੁਰਾਣੇ ਕਦੀਮ ਦਰਖਤ ਜਾਂ ਬੋੜ ਪਿੱਪਲ ਉੱਪਰ ਵੱਡੇ ਦਰਖਤ ਜਿਹੜੇ ਹੁੰਦੇ, ਪਰ ਛਾਂ ਰਹਿੰਦੀ ਹੈ। ਪਰ ਜਿਹੜੀ ਉਹਦੀ ਸ਼ੌਰ ਹੈ, ਜਿਹਨੂੰ ਸ਼ੈਡੋ ਕਹਿੰਦੇ ਆ, ਸ਼ੈਡੋ ਹਰ ਸੈਕਿੰਡ ਬਦਲਦਾ ਰਹਿੰਦਾ। ਬਿਲਕੁਲ। ਪਰ ਅਸੀਂ ਬੰਨ ਕੇ ਖੜਾ ਕਰਤਾ ਤੇ ਉਹ ਦਰਖਤ ਨੇ ਛਾਂ ਜਿਹੜੀ ਆ ਬਾਬੇ ਨਾਨਕ ਨੂੰ ਕੀਤੀ। ਹੁਣ ਇੱਥੇ ਕੀ ਸਿੱਧ ਕੀਤਾ? ਅਸੀਂ ਕੀ ਸਿੱਧ ਕਰ ਰਹੇ ਹਾਂ ਕਿ ਬਾਬਾ ਨਾਨਕ ਇੰਨਾ ਸੁਸਤ ਸੀਗਾ ਕਿ ਉਹਨੂੰ ਧੁੱਪ ਆ ਗਈ, ਉਹਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਨੂੰ ਧੁੱਪ ਆਈ ਹੈ, ਮੈਂ ਉੱਠ ਕੇ ਛਾਵੇਂ ਹੋ ਜਾ। ਉਹ ਦਰਖਤ ਨੇ ਚੰਗਾ ਕੀਤਾ। ਇਹ ਤਾਂ ਦਰਖਤ ਦੀ ਮਿਹਰਬਾਨੀ ਹੈ। ਇਹ ਸੀ ਮੂੰਹ ਦੇ ਨਾਲ ਅਸੀਂ ਕਹਿੰਦੇ ਵੀ ਬਾਬਾ ਨਾਨਕ ਨੂੰ ਤਰਲੋਕੀ ਦੀ ਲੋੜ ਸੀ ਤੇ ਉਹ ਬਾਬੇ ਨਾਨਕ ਨੂੰ ਇਹ ਨਹੀਂ ਪਤਾ ਲੱਗਿਆ ਵੀ ਜੇ ਮੈਨੂੰ ਧੁੱਪ ਸਤਾ ਰਹੀ ਹੈ ਤੇ ਮੈਂ ਉੱਠ ਕੇ ਛਾਵੇਂ ਹੋ ਜਾ। ਧੁੱਪ 'ਚ ਕਈ ਵਾਰੀ ਆਪਾਂ ਮੰਜਾ ਡਾਹ ਕੇ ਬਹਿ ਜਾਂਦੇ ਛਾਵੇਂ, ਮਰਜ਼ੀ ਨਾਲ ਬਹਿੰਦੇ, ਸੂਰਜ ਜਿਹੜਾ ਉਹ ਦੂਜੇ ਪਾਸੇ ਆ ਜਾਂਦਾ, ਧੁੱਪ ਲੱਗਦੀ, ਪਤਾ ਲੱਗ ਜਾਂਦਾ 2-4 ਮਿੰਟਾਂ 'ਚ ਹੀ ਪਤਾ ਲੱਗ ਜਾਂਦਾ, ਬੰਦਾ ਮੰਜਾ ਖਿੱਚ ਕੇ ਦੂਜੇ ਪਾਸੇ ਕਰ ਲੈਂਦਾ ਮੰਜਾ। ਬਿਲਕੁਲ ਠੀਕ। ਫਿਰ ਤੀਜੀ ਡੁੱਲ ਜਿਹੜੀ ਗੱਲ ਤੋੜੀ, ਡੰਗਰਾਂ ਨੇ ਖੇਤ ਚਰ ਲਿਆ ਤੇ ਜਾ ਕੇ ਸ਼ਿਕਾਇਤ ਕੀਤੀ ਤਾਂ ਦੇਖਣ ਆਏ ਤਾਂ ਖੇਤ ਜਿਹੜਾ ਆ ਪਹਿਲਾਂ ਨਾਲੋਂ ਵੀ ਲਹਿ ਲਾਉਂਦਾ ਹੈ। ਹੁਣ ਦੇਖੋ, ਇਹ ਜ਼ਿਕਰ ਕਣਕ ਦਾ ਕਰਦੇ ਆ। ਕਣਕ ਜੇ ਸਿੱਟਾ ਪੈਣ ਤੋਂ ਪਹਿਲਾਂ ਛੋਟੀ ਜੇ ਖਾ ਲਵੇ ਤੇ ਇਹਨੂੰ ਕੋਈ ਫਰਕ ਨਹੀਂ ਪੈਂਦਾ।
ਦੁਬਾਰਾ ਫੁੱਟ ਆਉਂਦੀ ਹੈ, ਇਹ ਬਿਲਕੁਲ। ਇਹ ਫੁੱਟ ਪੈਂਦੀ ਹੈ। ਜੇ ਸਿੱਟੇ ਤੇ ਗਈ ਕਣਕ ਦਾ ਨੁਕਸਾਨ ਹੋ ਜਾ, ਉਹ ਮੁੜ ਕੇ ਨਹੀਂ, ਛਿੱਟੇ ਨਿਕਲ ਆਉਣ ਤੇ ਫੇਰ ਨਹੀਂ ਕੁਝ ਮਿਲਦਾ। ਹੁਣ ਕਣਕ ਚੋਂ ਤੇ ਜਦੋਂ ਸਿੱਟਾ ਨਿਕਲਿਆ ਹੋਵੇ ਤੇ ਡੰਗਰ ਮੂੰਹ ਵੀ ਨਹੀਂ ਮਾਰਦਾ, ਹਾਂ, ਕਿਉਂਕਿ ਪੁਰਾਣੀ ਕਣਕ ਜਿਹੜੀ ਸੀ ਉਹਨੂੰ ਕਸੀਰ ਹੁੰਦੇ ਤਿੱਖੇ ਹੁੰਦੇ ਸੀ ਤੇ ਉਹ ਉਹਨੂੰ ਮੂੰਹ ਨਹੀਂ ਵੀ ਮਾਰਦਾ, ਕਿਉਂਕਿ ਨਾਸਾਂ ਤੇ ਲੱਗਦੇ ਤੇ ਛਾਂ ਫੜ ਫਟ ਜਾਂਦੇ ਸੀ। ਹੁਣ ਇਸ ਕਹਾਣੀ 'ਚ ਕਿੰਨਾ ਸੱਚ ਹੈ ਵੀ ਉਹ ਫਸਲ ਜਿਹੜੀ ਹੈ ਦੂਣ ਸਵਾਈ ਹੋ ਗਈ। ਉਹ ਦੂਣ ਸਵਾਈ ਤਾਂ ਹੋਈ ਆ, ਪਰ ਜਿੱਦਾਂ ਇਹ ਕਹਿੰਦੇ ਵੀ ਹੁਣ ਸਵੇਰੇ ਖਾਧੀ 10 ਮਿੰਟਾਂ ਬਾਅਦ, ਘੰਟੇ ਬਾਅਦ ਜਦੋਂ ਜਾ ਕੇ ਦੇਖਿਆ ਤੇ ਉਹ ਪਹਿਲਾਂ ਨਾਲੋਂ ਵੀ ਬੜੀ ਹੋਈ ਹੋ ਸੀਗੀ, ਇਦਾਂ ਨਹੀਂ ਹੋਈ। ਸਮਾਂ ਪਾ ਕੇ ਹੋ ਗਈ, ਨਹੀਂ ਸਮਾਂ ਪਾ ਕੇ ਵੀ ਨਹੀਂ ਹੋਈ, ਫਸਲ ਤਾਂ ਆਪਣੇ ਟਾਈਮ ਨਾਲ ਹੀ ਪੱਕੀ। ਠੀਕ ਹੈ। ਹੋਇਆ ਕੀ, ਜਿਹਦੀ ਫਸਲ ਖਾਧੀ ਖਾ ਲਈ ਹੋਏਗੀ, ਮੰਨੀ ਜਾ ਸਕਦੀ ਗੱਲ, ਫਸਲ ਖਾ ਲਈ, ਉਹਨੂੰ ਡਰ ਸੀ ਵੀ ਪਟਵਾਰੀ ਦੇ ਮੁੰਡੇ ਦੀ ਮੈਂ ਸ਼ਿਕਾਇਤ ਕਰਨ ਚੱਲਿਆ ਤੇ ਮੇਰੀ ਕੋਈ ਸੁਣੂਗਾ ਵੀ ਕਿ ਨਹੀਂ। ਮਜਾਰਾ ਸੀ, ਮਜਾਰਾ ਗਿਆ ਰਾਏ ਬਲਾਰ ਕੋਲ। ਰਾਏ ਬਲਾਰ ਉਹ ਬੰਦਾ ਜਿਹੜਾ ਬਾਬੇ ਨਾਨਕ ਦੇ ਪੈਰਾਂ ਹੇਠ ਸਿਰ ਵੀ ਦੇਣ ਨੂੰ ਤਿਆਰ ਸੀ। ਰਾਏ ਬਲਾਰ ਨੇ 750 ਮੁਰੱਬਾ ਜ਼ਮੀਨ ਦਾ ਬਾਬੇ ਨਾਨਕ ਦੇ ਨਾਂ ਲਵਾਇਆ। ਉੱਥੇ ਹਾਲੇ ਵੀ 3-4 ਪਿੰਡ ਉਸ ਜ਼ਮੀਨ 'ਚ ਵੱਸਦੇ ਆ। ਪਿੱਛੇ ਜੇ ਤੁਸੀਂ ਵੀ ਸੁਣਿਆ ਹੋਣਾ, ਰਾਏ ਬਲਾਰ ਦੇ ਜਿਹੜੇ ਵਰਤਮਾਨ ਪਰਿਵਾਰ ਆ, ਉਹਨਾਂ ਨੇ ਕੋਈ ਕੇਸ ਕੀਤਾ ਸੀਗਾ ਪਾਕਿਸਤਾਨ ਦੇ ਵਿੱਚ ਵੀ ਜ਼ਮੀਨ ਛਡਾਓ, ਵੀ ਸਾਡੀ ਜ਼ਮੀਨ ਆ ਇਹ ਤੇ ਸਾਡਾ ਬਜ਼ੁਰਗ ਆ ਉਹ ਹਿੱਲਿਆ ਆਇਆ ਸੀ, ਜਾਂ ਉਹਦੇ ਤੇ ਕੋਈ ਕਬਜ਼ਾ ਕਿਸੇ ਤਰ੍ਹਾਂ ਮਤਲਬ ਕੀਤਾ ਆਇਆ ਸੀਗਾ ਤੇ ਸਾਨੂੰ ਦਵਾਈ ਜਾਵੇ। ਤੇ ਉਹ ਜਿਹੜੀ ਉਹਨਾਂ ਨੇ ਕਿਹਾ ਵੀ ਨਹੀਂ, ਉਹ ਤਾਂ ਜਦੋਂ ਲਿਖ ਕੇ ਦੇ ਗਿਆ, ਉਹਦੇ ਨਾਂ ਪਿੰਡ ਉਹਦੇ ਨਾਂ ਕਰ ਗਿਆ, ਕੋਰਟ ਨੇ ਵੀ ਆਰਡਰ ਕੀਤੇ ਵੀ ਉਹ ਛੜਾਈ ਨਹੀਂ ਜਾ ਸਕਦੀ। ਤੇ ਇਹ ਜਿਹੜੀ ਪੀਰਾਂ ਫਕੀਰਾਂ ਦੀ ਜ਼ਮੀਨ ਹੈ, ਇਹਦੇ ਮਾਲਕ ਤਾਂ ਉਹੀ ਆ। ਤੇ ਬਿਹਤਰੀ ਇਹੀ ਹੈ, ਜਿੱਥੇ ਕੋਈ ਬੈਠਾ ਜੋ ਖਾਂਦਾ ਖਾਈ ਪੀ ਜਾਓ, ਇਹ ਨਾ ਤੁਹਾਡੇ ਨਹੀਂ ਹੋਣੀ, ਨਾ ਤਾਂ ਬਾਬੇ ਨਾਨਕ ਦੇ ਹੀ ਰਹਿਣੀ ਹੈ। ਉਹ ਰਾਏ ਬਲਾਰ ਜਦੋਂ ਉਹਦੇ ਕੋਲ ਜਾ ਕੇ ਕਿਹਾ, ਉਹ ਕਹਿੰਦਾ ਅੱਛਾ ਕਿੰਨੀ ਕੁ ਖਾ ਗਏ ਮੇਰੀ ਕਣਕ। ਅਗੇ ਜੀ ਮੈਂ ਤਾਂ ਤੈਨੂੰ ਮਾਮਲਾ ਵੀ ਦੇਣਾ। ਉਹ ਕਹਿੰਦਾ ਚੱਲ ਤੈਨੂੰ ਮਾਮਲਾ ਵੀ ਛੱਡਿਆ, ਜਿਹੜੀਆਂ ਤੇਰੀਆਂ ਦੋ ਬੋਰੀਆਂ ਕਣਕ ਦੀਆਂ ਹੋਣੀਆਂ ਸੀ ਉਹ ਮੇਰੇ ਸਟੋਰ ਤੋਂ ਚੱਕ, ਜਿਹੜੇ 4 ਤੰਗੜ ਤੂੜੀ ਦੇ ਹੋਣੇ ਸੀ ਉਹ ਤੂੜੀ ਚੱਕ। ਇਹ ਬਾਬਾ ਨਾਨਕ ਦੇ ਡੰਗਰਾਂ ਨੂੰ ਹੀ ਤੌਫੀਕਾਂ ਆ ਕਿ ਇਹ ਫਸਲ ਪਹਿਲਾਂ ਹੀ ਘਰ ਪਹੁੰਚਾ ਦਿੰਦੇ ਆ। ਫਸਲ ਤਾਂ ਹਾਲੇ ਨਿੱਕੀ ਸੀ, ਕਦੋਂ ਪੱਕਣੀ ਸੀ, ਕਦੋਂ ਪੱਕਣੀ ਸੀ, ਤੇ ਉਹ ਜਿੰਨੀ ਉਹਦੀ ਪ੍ਰੋਡਿਊਸ ਸੀ, ਜਿੰਨੀ ਉਹ ਪੱਕ ਕੇ ਹੋਣੀ ਸੀ, ਉਨੀ ਤਾਂ ਉਹਨੂੰ ਚੁਕਾਤੀ ਉਹਨ ਘਰੋਂ ਵੀ ਚੱਕ, ਜਿੰਨਾ ਤੇਰਾ ਨੁਕਸਾਨ ਹੋਇਆ। ਮੌਸਮ ਅੱਛਾ ਰਿਹਾ ਹੋਏਗਾ, ਫਸਲ ਫੇਰ ਹੋ ਗਈ, ਦੁੱਗਣੀ ਦੋਹਰਾ ਫਾਇਦਾ ਹੋ ਗਿਆ। ਰਾਏ ਬਲਾਰ ਉਸ ਟਾਈਮ ਤੇ ਜਿਹੜਾ ਮਾਮਲਾ ਹੁੰਦਾ ਸੀ ਉਹਨੂੰ 96 ਕਹਿੰਦੇ ਸੀ, ਰੁਪਈਏ ਪਿੱਛੇ 96 ਮਾਮਲਾ ਹੁੰਦਾ ਸੀ। ਤੇ ਤੈਨੂੰ ਕਹਿੰਦਾ ਇਸ ਕੇਸ ਦਾ ਮਾਮਲਾ ਮਾਫ, ਠੀਕ, ਉਹ 96 ਉਹਦੇ ਉਹ ਵੀ ਬਚ ਗਏ। ਇਸ ਤਰ੍ਹਾਂ ਦੂਣ ਸਵਾਈ ਹੋਈ, ਬਿਲਕੁਲ ਨਾ ਕਿ ਜਿੱਦਾਂ ਕੋਈ 15 ਮਿੰਟਾਂ ਬਾਅਦ ਪਈ ਉਹ ਜਿੱਲ ਗਏ ਤੇ ਉਹ ਮਤਲਬ ਕਰਾਮਤੀ ਨਹੀਂ ਸੀ, ਕੋਈ ਇਹ ਕਰਾਮਾਤ ਆ, ਇੱਕ ਲੌਜੀਕਲ ਜਿਹੜੀ ਗੱਲ ਹੈ ਉਹ ਹੈ। ਹੁਣ ਇਦਾਂ ਹੀ ਜਦੋਂ ਬਾਬਾ ਨਾਨਕ ਕਿੱਥੇ ਜਾਂਦਾ ਹੈਗਾ ਸੁਲਤਾਨਪੁਰ, ਆਖਿਆ ਜੀ ਉਹ 13 ਕਹੀ ਜਾਂਦੇ ਸੀ, ਉਹਦੇ 13 ਢੇਰੀਆਂ ਲੱਗ ਜਾਂਦੀਆਂ ਸੀ। ਬਾਬਾ ਨਾਨਕ ਤੇ ਮਰਦਾਨਾ ਜਦੋਂ ਉਹਨਾਂ ਨੂੰ ਬੇਲ ਲੱਗਦਾ ਸੀ ਤੇ ਰੱਬ ਦੀ ਗੱਲ ਕਰਦੇ ਸੀ, ਸੱਚ ਦੀ ਗੱਲ ਕਰਦੇ ਸੀ। ਮੋਦੀ ਖਾਨਾ ਪਹਿਲਾਂ ਵੀ ਉੱਥੇ ਸੀ, ਪਹਿਲਾਂ ਵੀ ਚੱਲਦਾ ਸੀ, ਬਾਬੇ ਨੂੰ ਤਾਂ ਜੋਬ ਮਿਲੀ ਸੀ ਨਾ, ਜੋਬ ਸੀ ਉਹ ਤਾਂ। ਜੋਬ ਦੇ ਵਿੱਚ ਬਾਬਾ ਨਾਨਕ ਕਹਿੰਦਾ ਵੀ ਜੇ ਗੁੜ ਖਾਂਦੇ ਆ ਤੇ ਗੁੜ ਖਾ ਕੇ ਬੰਦਾ ਕੌੜਾ ਕਿਉਂ ਬੋਲੇ, ਵੀ ਮੈਨੂੰ ਐਸ ਕੰਮ ਕਰਨ ਦੇ ਪੈਸੇ ਮਿਲਦੇ ਆ ਤੇ ਮੇਰਾ ਕੋਈ ਹੱਕ ਨਹੀਂ ਬਣਦਾ ਕਿ ਜਿਹੜਾ ਜ਼ਿਮੀਂਦਾਰ ਆਪਣਾ ਮਾਮਲੇ ਲੈ ਕੇ ਆਉਂਦੇ ਆ ਤੇ ਉਹਦੇ ਨਾਲ ਮੈਂ ਬਦਸਲੂਕੀ ਕਰਾਂ। ਪਹਿਲਾਂ ਇਦਾਂ ਹੁੰਦਾ ਸੀ, ਓਏ ਵੀ ਹੁੰਦਾ ਸੀ, ਤੋਏ ਵੀ ਹੁੰਦਾ ਸੀ। ਹੁਣ ਬਾਬਾ ਨਾਨਕ ਜਦੋਂ ਕੋਈ ਗੱਡਾ ਲੈ ਕੇ ਆਉਂਦਾ ਸੀ, ਧੁੱਪ 'ਚ ਲੈ ਕੇ ਆਉਂਦਾ ਤੇ ਤਾਂ ਪਾਣੀ ਲੈ ਕੇ ਚਲ ਜਾਂਦਾ ਸੀ। ਉਹਨਾਂ ਨੂੰ ਹੈਰਾਨੀ ਹੁੰਦੀ ਸੀ ਤੇ ਪਹਿਲਾਂ ਮੋਦੀ ਤਾਂ ਗਾਲਾਂ ਕੱਢਦਾ ਸੀ, ਗੱਡਾ ਇੱਧਰ ਨਹੀਂ ਇੱਧਰ ਕਰ, ਤੇ ਇਹ ਗੱਡੇ ਨੂੰ ਵੀ ਨਹੀਂ ਰੋਕਦਾ ਤੇ ਪਾਣੀ ਲੈ ਕੇ ਖੜਾ। ਉਹ ਕੀ ਸੀ, ਇਹਨੂੰ ਅਲੂਫਾ ਕਹਿੰਦੇ ਆ। ਅਲੂਫਾ ਦਾ ਮਤਲਬ ਇਹ ਸੀ ਵੀ ਉਸ ਟਾਈਮ ਤੇ ਮਾਮਲਾ ਜਿਣਸ ਦੇ ਰੂਪ 'ਚ ਲੈ ਲਿਆ ਜਾਂਦਾ ਸੀ। ਪੈਸੇ ਨਹੀਂ ਸੀ ਹੁੰਦੇ, ਕਰੰਸੀ ਨਹੀਂ ਹੁੰਦੀ। ਤੇ ਜਿਹੜੀਆਂ ਕਈ ਵਾਰੀ ਵੇਜਸ ਵੀ ਕਣਕ ਜਾਂ
ਦਾਲ ਚੌਲ ਦੇ ਦੇ ਦਿੱਤੀਆਂ ਜਾਂਦੀਆਂ, ਕਿਉਂਕਿ ਜਿਹਨੂੰ ਪੈਸੇ ਲੈਣੇ ਉਹਨੂੰ ਆਟਾ ਦਾਣਾ ਹੀ ਲਿਆਉਣਾ ਹੁੰਦਾ ਸੀ। ਆ ਪਿੰਡਾਂ 'ਚ ਦੇਖਦੇ ਜੀ ਆਪਾਂ, ਜਿਹੜੇ ਕੰਮ ਕਿਰਤੀ ਕਰਨ ਵਾਲੇ ਆ ਉਹ ਸੇਪੀ ਕਰਦੇ ਸੀ ਤੇ ਉਹਦੇ ਇਵਜ਼ ਵਿੱਚ ਉਹਨਾਂ ਨੂੰ ਦਾਣੇ ਮਿਲਦੇ ਸੀ। ਤੇ ਇਹ ਜਿਸਲੇ ਉਹ ਲੈਂਦੇ ਸੀ, ਜਿਹੜੇ ਪਹਿਲੇ ਮੋਦੀ ਸੀ, ਉਹ 12 ਉਹ ਧਾਨ ਦੇ ਲਈ ਤਕੜੀ ਤੋੜਦੇ ਨਾ, ਉਹ 12 ਪਿੱਛੇ 13ਵੀਂ ਜਿਹੜੀ ਨਾ ਮੁਫਤ ਲੈਂਦੇ ਸੀ। ਉਹ ਇਸ ਕਰਕੇ ਉਹ ਇਹਨਾਂ ਨੂੰ ਇਹ ਕਹਿੰਦੇ ਸੀ ਵੀ ਇਹ ਜਿਹੜੀ ਤੇਰੀ ਕਣਕ ਹੈ ਚ ਉਹ ਕੁੰਡੀਆਂ ਬੜੀਆਂ ਆ, ਇਹ ਜੇ ਛੋਲੇ ਵੀ ਆ, ਇਹ ਜਿਹੜੇ ਛਾਨਣੀ ਆ ਤੇ ਇਹ ਘਟ ਜਾਣਾ, ਇਹ ਸਾਡੇ ਘਟ ਜਾਣੀ ਤੇ ਅਸੀਂ ਕਿੱਥੋਂ ਪੂਰੀ ਕਰਨੀ। 12 ਦੀ ਜਗ੍ਹਾ 13 ਲਈ ਜਾਣੀ, ਧੱਕੇ ਨਾਲ ਲਈ ਜਾਣੀ, ਧੱਕੇ ਦੇ ਨਾਲ। ਮੋਦੀਆਂ ਦੀ ਆਮਦਨ ਸੀ ਤੇ ਜ਼ਿਮੀਂਦਾਰਾਂ ਦਾ ਖੂਨ ਪੀਣ ਵਾਲੀ ਗੱਲ ਸੀ, ਤੇ ਲੋਕਾਂ ਨੂੰ ਇਹ ਆਦਤ ਪੈ ਗਈ ਸੀ ਕਿ ਮੈਨੂੰ 12 ਦੇ 13 ਦੇਣੇ ਹੀ ਪੈਣੇ, ਜੇ ਸ਼ਿਕਾਇਤ ਕਰਾਂਗੇ ਕਿਹਦੇ ਕੋਲ ਜਾ ਕੇ ਕਰਾਂਗੇ। ਇਬਰਾਹਿਮ ਸੁਣਨੀ ਨਹੀਂ, ਕਹਿਣਾ ਕਿਸੇ ਨੇ ਸੁਣਨੀ ਨਹੀਂ। ਉਹ ਘਰੋਂ ਜੋਖ ਕੇ ਲਿਆਉਂਦੇ ਸੀ ਤੇ ਇੱਥੇ ਜਦੋਂ ਜੋਖ ਕੇ ਲਿਆਉਂਦੇ ਸੀ ਤੇ ਉਹ ਵੱਜ ਜਾਂਦੀ ਸੀ 13ਵੀਂ ਧਾਨ। ਬਾਬਾ ਕਹਿੰਦਾ ਮੈਂ ਨਹੀਂ ਲੈਣੀ, ਮੈਂ ਕਿੱਥੇ ਰੱਖਣੀ ਆ। ਉਹ ਕਹਿੰਦੇ ਸੀ ਮੈਂ ਹੁਣ ਲੈ ਕੇ ਆਇਆ ਤੇ ਮੈਂ ਹੁਣ ਇਹ ਜਿਹੜੇ ਇੰਨੇ ਦਾਣੇ ਘਰ ਪਿੱਛੇ ਨੂੰ ਚੱਕੀ ਜਾਵਾਂ। ਉਹ ਮੱਲੋ ਮੱਲੀ ਉੱਥੇ ਢੇਰੀ ਕਰ ਦਿੰਦੇ ਸੀ। ਬਾਬਾ ਨਾਨਕ ਉਹਨਾਂ ਨੂੰ ਖਾਤੇ 'ਚ ਨਹੀਂ ਸੀ ਪਾਉਂਦਾ। ਉਹ ਕਹਿੰਦਾ ਸੀ ਮੇਰੇ ਨਹੀਂ। ਉਹ ਜਿਹੜਾ ਕੋਈ ਗਰੀਬ ਗੁਰਬਾ ਆ ਜਾਂਦਾ ਸੀ ਉਹ ਕਹਿੰਦਾ ਲੈ ਜਾ, ਇਹ ਪਤਾ ਨਹੀਂ ਉੱਪਰ ਵਾਲੇ ਨੇ ਤੇਰੇ ਲਈ ਭੇਜੇ ਆ, ਇਹ ਤੇਰੇ ਆ। ਉਹ ਬਾਬਾ ਨਾਨਕ ਤਾਂ ਤੇਰਾ ਕਹਿੰਦਾ ਸੀ ਵੀ ਇਹ ਤੇਰਾ ਆ, ਤੇਰਾ ਆ। 13 ਵੀ ਦੋਨੋਂ ਚੀਜ਼ਾਂ ਦੋਨਾਂ। ਹੁਣ ਉਹ ਜਿਹੜੀ 13ਵੀਂ ਧਾਨ ਸੀ ਉਹ ਚ ਕਰ ਦਿੰਦਾ ਸੀ ਗਰੀਬ ਨੂੰ ਵੀ ਮੇਰੀ ਤਾਂ ਹੈ ਨਹੀਂ, ਨਾ ਇਹ ਲੋਧੀ ਦੀ ਹੈ, ਇਹ ਤਾਂ ਕਿਸਾਨ ਲੈ ਕੇ ਆ, ਇਹ ਹੁਣ ਆਈ ਆ, ਪਤਾ ਨਹੀਂ ਤਾਂ ਤੇਰੇ ਕਰ ਲਈ, ਤੇਰੇ ਕਰਮਾਂ ਲਈ, ਇਹ ਤੇਰੀ ਆ। ਉਹਦਾ ਅਸੀਂ ਬਣਾਤਾ ਵੀ ਉਹ ਤੇ ਬਾਬਾ ਨਾਨਕ 13 ਕਹੀ ਜਾਂਦੇ ਸੀ, ਉੱਥੇ ਨਾ 13 ਢੇਰੀਆਂ ਲੱਗ ਜਾਂਦੀਆਂ ਸੀ। ਹੁਣ ਜੇ 13 ਕਹਿ ਕੇ ਢੇਰੀਆਂ ਲੱਗਦੀਆਂ ਹੁੰਦੀਆਂ, ਬਾਬਾ ਨਾਨਕ ਨੂੰ ਆਖਰੀ ਉਮਰੇ ਆ ਕੇ ਖੇਤੀ ਕਰਨ ਦੀ ਕੀ ਲੋੜ ਸੀ। ਆਪ ਖੇਤੀ ਕੀਤੀ, ਔਰ ਮਗਰੋਂ ਕੀਤੀ ਮੋਦੀ ਤੋਂ ਬਾਅਦ, ਮੋਦੀ ਖਾਨੇ ਤੋਂ ਬਾਅਦ। ਇਹ ਤਾਂ ਅਖੀਰ ਤੇ ਕੀਤੀ, ਬਹੁਤ ਅਖੀਰਲੀ ਉਮਰ। ਤੇ ਜੇ 13 ਕੀਤੇ ਹੁੰਦੇ ਤੇ ਬਾਬਾ ਨਾਨਕ ਨੇ ਸਾਰਿਆਂ ਨੂੰ ਦੱਸ ਦੇਣਾ ਕਿ ਤੁਸੀਂ ਏਦਾਂ 13 ਫਾਰਮੂਲਾ ਦੱਸ ਦੇਣਾ ਸੀ। ਕਣਕ ਬੀਜਣ ਦੀ ਲੋੜ ਨਹੀਂ, ਵੱਢਣ ਦੀ ਲੋੜ ਨਹੀਂ, ਤੇ ਸਿੱਧੀਆਂ ਢੇਰੀਆਂ ਲੱਗ ਜਾਣਗੀਆਂ। ਜਿਹੜੇ ਬੰਦੇ 13 ਦੀ ਗੱਲ ਕਰ ਰਹੇ ਉਹਨਾਂ ਦੀਆਂ ਢੇਰੀਆਂ ਲੱਗ ਰਹੀਆਂ, ਕਿਉਂਕਿ ਉਹਨਾਂ ਦਾ ਝੂਠ ਵਿਕ ਰਿਹਾ। ਬਿਲਕੁਲ ਪੈਸੇ ਦਿੰਦੇ ਲੋਕੀ ਉਹਨਾਂ ਨੂੰ, ਦੱਬੀ ਚੱਲ ਇੰਨੀ ਗੱਲ ਕਹਿਣ ਤੇ ਵੈਸੇ ਬਿਲਕੁਲ ਠੀਕ ਤੁਹਾਡੀ ਗੱਲ। ਧਾਮੀ ਸਾਹਿਬ, ਤੁਸੀਂ ਬਾਬੇ ਨਾਨਕ ਦੀ ਜ਼ਿੰਦਗੀ ਦੇ ਪਹਿਲੇ ਜਿਹੜੇ ਪੜਾਅ ਸੀਗੇ ਉਹਨਾਂ ਨੂੰ ਬਖੂਬੀ ਪੇਸ਼ ਕੀਤਾ। ਬਹੁਤ ਵਧੀਆ ਗੱਲ, ਬਹੁਤ ਚੰਗੀ ਗੱਲ। ਵਾਇਸ ਆਫ ਇੰਡੀਆ ਵੱਲੋਂ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਵੀ ਹਾਂ। ਤੁਸੀਂ ਜਦੋਂ ਵੀ ਆਉਂਦੇ ਹੋ ਬਹੁਤ ਪਿਆਰੀ ਗੱਲ, ਬਹੁਤ ਖੋਜ ਭਰਪੂਰ ਗੱਲ ਕਰਦੇ ਹੋ, ਅਤੇ ਇਸ ਸਮੇਂ 'ਚ ਲੋੜ ਵੀ ਹੈ। ਜੇ ਲੋੜ ਸਭ ਤੋਂ ਵੱਡੀ ਇਹ ਹੈ ਕਿ ਕਈ ਕਹਾਣੀਆਂ ਜਿਹੜੀਆਂ ਮਨ ਘੜਤ ਹੁੰਦੀਆਂ ਉਹਦੇ ਵਿੱਚ ਖੋਟ ਰਲਿਆ ਹੁੰਦਾ। ਜੇ ਕਹਾਣੀ ਵਾਪਰੀ ਵੀ ਆ, ਘਟਨਾ ਵਾਪਰੀ ਵੀ ਆ, ਤੇ ਉਹ 'ਚ ਬਹੁਤ ਸਾਰਾ ਖੋਟ ਰਲਾ ਕੇ ਪੇਸ਼ ਕੀਤਾ ਜਾਂਦਾ। ਦੇਖੋ, ਅਸੀਂ ਕਿਸੇ ਵੀ ਘਟਨਾ ਨੂੰ ਇਗਨੋਰ ਨਹੀਂ ਕਰ ਰਹੇ, ਪਰ ਜੋ ਸੱਚ ਜਿਹੜਾ ਸਾਹਮਣੇ ਆਉਣਾ ਚਾਹੀਦਾ। ਗੱਲ ਆਪਾਂ ਕਹਿ ਰਹੇ ਹਾਂ ਵੀ ਸੱਪ ਆਇਆ ਹੋਊਗਾ, ਕਾਮਨ ਹੈ ਗੱਲ। ਬਾਬਾ ਧੁੱਪੇ ਪਿਆ ਰਿਹਾ ਹੋਊਗਾ, ਪਰ ਉਹਦੇ ਮਹਿਨੇ ਕੱਢ ਕੇ ਦੇਖੋ ਵੀ ਉਹਦਾ ਮਹਿਨਾ ਕੀ ਬਣਦਾ ਹੈ। ਪਰ ਇਹਦੇ ਨਾਲੋਂ ਵੀ ਜ਼ਿਆਦਾ ਮੈਂ ਸਮਝਦਾ ਜੀ, ਜਿਹੜੀ ਗੁਰਬਾਣੀ ਆ, ਜਿਹੜੀ ਬਾਬੇ ਨਾਨਕ ਨੇ ਉਪਦੇਸ਼ ਦਿੱਤਾ, ਗਿਆਨ ਇੰਨਾ ਵੰਡਣ ਦੀ ਉਹਨੇ ਪ੍ਰਕਿਰਿਆ ਸ਼ੁਰੂ ਕੀਤੀ ਆ, ਉਸ ਤੋਂ ਬਾਅਦ ਗੁਰੂ ਸਾਹਿਬਾਨ ਨੇ ਉਸ ਸਾਰੀ ਬਾਣੀ ਨੂੰ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰ ਲਿਆ, ਇੱਕ ਗ੍ਰੰਥ ਬਣਾ ਦਿੱਤਾ, ਔਰ ਉਸ ਗ੍ਰੰਥ ਨੂੰ ਪੂਰੇ ਸੰਸਾਰ ਦੇ ਵਿੱਚ ਜਿਸ ਵੱਡੇ ਪੱਧਰ 'ਤੇ ਮਾਨਤਾ, ਉਹ ਸਿਰਫ ਮਾਨਤਾ ਹੋਣੀ ਬਹੁਤ ਚੰਗੀ ਗੱਲ ਹੈ, ਬਹੁਤ ਵਧੀਆ ਗੱਲ ਹੈ। ਜਿਸ ਤਰੀਕੇ ਦਾ ਸਤਿਕਾਰ ਮਾਣ ਦਿੱਤਾ ਜਾ ਰਿਹਾ ਉਹਦਾ ਕੋਈ ਸਾਨੀ ਨਹੀਂ ਹੈ, ਪਰ ਚੰਗਾ ਇਹ ਹੋਵੇ ਜੇ ਉਹ ਗੁਰਬਾਣੀ ਨੂੰ ਖੋਜਿਆ ਜਾਵੇ, ਵਿਚਾਰਿਆ ਜਾਵੇ, ਤੇ ਉਹ ਕਲਿਆਣਕਾਰੀ ਹੈ। ਦੇਖੋ, ਸਤਿਕਾਰ ਵਾਲੇ ਪਾਸੇ ਸਿੱਖਾਂ ਦੇ 100 ਤੋਂ ਵੀ ਜ਼ਿਆਦਾ ਨੰਬਰ ਹੈ। ਬਿਲਕੁਲ ਜੀ, 200 ਹੀ ਹੈ। ਸਤਿਕਾਰ ਵਾਲੇ ਪਾਸੋਂ ਕੋਈ ਕਮੀ ਨਹੀਂ। ਹਾਂਜੀ। ਰਹੀ ਗੱਲ ਸਮਝਣ ਵਾਲੇ ਪਾਸਿਓਂ, ਉਧਰਲੇ ਪਾਸਿਓਂ ਹਾਲਤ ਏਡੀ ਚੰਗੀ ਨਹੀਂ ਹੈ। ਬੜੀ ਚੰਗੀ ਨਹੀਂ, ਬਹੁਤੀ ਚੰਗੀ ਨਹੀਂ ਹੈਗੀ। ਠੀਕ ਹੈ ਤੁਹਾਡੀ ਗੱਲ। ਆਪ ਕਾਟ ਕੇ ਰਾਜੀ ਕੋਈ ਨਹੀਂ। ਹਾਂਜੀ। ਜਿਹੜਾ ਪੜ੍ਹਨ ਵਾਲਾ, ਜਿਹੜਾ ਪੜ੍ਹ ਕੇ ਅੱਗੇ ਦੱਸ ਰਿਹਾ, ਉਹ ਵੀ ਗਰੀਬ ਮੇਰੇ ਵਰਗੇ ਦੇ ਪੱਲੇ ਕੱਖ ਨਹੀਂ। ਇਹ ਤਾਂ ਇਹੋ ਜਿਹਾ ਆਪਣੇ ਢੰਗ ਨਾਲ ਦੱਸਦਾ ਪਿਆ। ਹਾਂ, ਚਲੋ ਤਾਂ ਹੀ ਕਹਾਣੀਆਂ ਬਣ ਜਾਂਦੀਆਂ ਫਿਰ। ਹਾਂਜੀ। ਹੁਣ ਦੇਖੋ, ਗੁਰਬਾਣੀ ਦੇ ਵਿੱਚ ਕ੍ਰਿਸਟਲ ਕਲੀਅਰ ਹੈ, ਸਾਡੇ ਕੋਲ ਗੁਰੂ ਸਾਹਿਬਾਨ ਦੀ ਲਾਈਫ, ਗੁਰੂ ਸਾਹਿਬਾਨ ਦਾ ਤਜਰਬਾ,
ਗੁਰੂ ਸਾਹਿਬਾਨ ਦਾ ਸੁਭਾਅ। ਹੂੰ ਤੇ ਵੱਡਾ ਗੁਰ ਕੀ ਦਿੱਤਾ? ਗੁਰਮਤ। ਹੂੰ ਗੁਰਮਤ ਮੀਨਸ ਜੋ ਕੁਦਰਤ ਦਾ ਕਾਨੂੰਨ ਹੈ। ਹੂੰ ਕੁਦਰਤ ਦਾ ਕਾਨੂੰਨ ਕੀ ਆ ਵੀ ਪਾਣੀ ਨੇ ਨੀਵੇਂ ਪਾਸੇ ਨੂੰ ਜਾਣਾ, ਧੂਆਂ ਜੇ ਅੱਗ ਬਾਲੀ ਤੇ ਧੂਏ ਨੇ ਉੱਪਰ ਨੂੰ ਜਾਣਾ। ਉੱਪਰ ਨੂੰ ਜਾਣਾ ਜੋ ਮਰਜ਼ੀ ਹੋ ਜਾਏ। ਤੇ ਅਸੀਂ ਹੂੰ ਜਿਸ ਲਈ ਅਸੀਂ ਕਮਤ ਵਰਤਣ ਤੇ ਆਉਂਦੇ ਨਾ, ਹੂੰ। ਤੇ ਸਾਡਾ ਸਾਨੀ ਵੀ ਕੋਈ ਨਹੀਂ। ਕੋਈ ਮੁਕਾਬਲਾ ਨਹੀਂ ਸਾਡਾ ਸਾਡਾ। ਕੋਈ ਇਦਾਂ ਦੀ ਕਹਾਣੀ ਬਣਾ ਦੇਣੀ ਆ, ਕੋਈ ਹੈਰਾਨੀਜਨਕ ਗੱਲ ਬਣਾ ਦੇਣੀ। ਦੇਖੋ ਹੁਣ ਆ ਜਿਹੜਾ ਸੱਚਾ ਸੌਦਾ ਆ, ਹਾਂਜੀ ਹਾਂਜੀ। ਬਾਬੇ ਦੀ ਜ਼ਿੰਦਗੀ ਦਾ ਇਹ ਪਹਿਲਾ ਅਹਿਮ ਕਦਮ ਆ। ਹੂੰ ਬਾਕੀ ਬਾਬੇ ਨੇ ਕਿੱਡੇ ਕ੍ਰਾਂਤੀਕਾਰੀ ਕੰਮ ਕੀਤੇ ਆ। ਹੂੰ ਬਾਬੇ ਨੂੰ ਕਿਤੇ ਚਪੇੜ ਨਹੀਂ ਪਈ, ਹੂੰ। ਕਿਸੇ ਨੇ ਉਹ ਹੀ ਨਹੀਂ ਕਿਹਾ, ਕਿਸੇ ਨੇ ਉਹ ਨਹੀਂ ਕਿਹਾ, ਵਿਰੋਧ ਨਹੀਂ ਹੋਇਆ। ਇਹ ਹੁਣ ਸੱਚੇ ਸੌਦੇ ਵਾਸਤੇ ਹੂੰ ਬਾਬੇ ਨੂੰ ਚਪੇੜ ਪਈ ਹੂੰ ਬਾਪ ਵੱਲੋਂ, ਬਿਲਕੁਲ ਬਾਪ ਵੱਲੋਂ। ਹੂੰ ਹੁਣ ਬਾਪ ਕਹਿੰਦਾ ਵੀ ਸੱਚਾ ਸੌਦਾ ਕਰਕੇ ਆ, ਹੂੰ ਬਾਪ ਵੀ ਗਲਤ ਨਹੀਂ ਕਹਿੰਦਾ, ਪਰ ਉਹਦਾ ਮੰਤਵ ਇਹ ਸੀ ਵੀ 20 ਖਰਚ ਕੇ ਤੇ 40 ਬਣਾ। ਹਾਂ, ਬਿਜ਼ਨਸ ਕਰੇ, Business ਵਪਾਰ ਕਰੇ। ਕਰੇ, ਬਿਲਕੁਲ। ਤੇ ਬਾਬੇ ਵਾਸਤੇ ਇਹ ਮੁਸ਼ਕਲ ਹੋ ਗਈ ਹੂੰ ਤੇ ਸੱਚਾ ਸੌਦਾ ਹੈ ਕਿਹੜਾ, ਹੁੰਦਾ ਕਿਹੜਾ, ਕਿਹਨੂੰ ਕਹਿੰਦੇ ਆ? ਤੇ ਸੱਚ ਹੈ ਕੀ, ਹੂੰ ਤੇ ਸੱਚ ਹੈ ਕੀ। ਹੂੰ ਹੁਣ ਬਾਬੇ ਦੀ ਜਿਹੜੀ ਬੋਲੀ ਆ, ਗ੍ਰੰਥ ਸਾਹਿਬ ਦਾ ਜਿਹੜਾ ਪਹਿਲਾ ਅੱਖਰ ਕਹਿ ਲਓ, ਦੂਜਾ ਕਹਿ ਲਓ ਜਾਂ ਤੀਜਾ ਕਹਿ ਲਓ, ਜਿਹਨੂੰ ਅਸੀਂ ਸਤਨਾਮ ਕਹਿੰਦੇ ਆ, ਉਹ ਤਾਂ ਸ਼ੁਰੂ ਹੀ ਸੱਚ ਨਾਲ ਹੁੰਦਾ ਹੂੰ ਹੂੰ ਤੇ ਇਬਾਦਤ ਸੱਚ ਦੀ ਕਰਨੀ ਹੈ। ਹੂੰ ਬਾਬੇ ਵਾਸਤੇ ਤਾਂ ਸੱਚ ਜਿਹੜਾ ਆ ਪਈ ਕੁਦਰਤ ਦਾ ਕਾਨੂੰਨ ਹੀ ਸੱਚ ਹੈ, ਬਾਕੀ ਕੁਝ ਸੱਚ ਨਹੀਂ। ਹੂੰ ਅਸੀਂ ਉਹਦੀ ਕਹਾਣੀ ਬਣਾਈ ਕਿ ਸਾਧੂ ਮਿਲ ਗਏ ਹੂੰ ਤੇ ਉਹਨਾਂ ਨੂੰ ਲੰਗਰ ਪਾਣੀ ਛਕਾਤਾ। ਹੂੰ MP ਸਿੰਘ ਜੀ ਮਹਾਰਾਜਾ ਰਣਜੀਤ ਸਿੰਘ 1839 ਚ ਪੂਰਾ ਹੋਇਆ। ਹੂੰ ਬਾਬਾ ਨਾਨਕ 1469 ਚ ਪੈਦਾ ਹੋਏ, ਹੂੰ 1539 ਚ ਪੂਰੇ ਹੋਏ। ਹੂੰ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਜਿਹੜਾ ਫੌਜੀ ਸੀ ਉਹਨੂੰ 3 ਰੁਪਏ ਤਨਖਾਹ ਮਿਲਦੀ ਸੀ, ਹੂੰ ਤੇ ਜਿਹਦੇ ਕੋਲ ਘੋੜੇ ਵਾਲਾ ਫੌਜੀ ਸੀ ਉਹਨੂੰ 3.5 ਰੁਪਏ ਅਠਿਆਨੀ ਘੋੜੇ ਦੀ ਮਿਲਦੀ ਸੀ। 3 ਰੁਪਏ ਵਾਲੇ ਫੌਜੀ ਦਾ ਪਰਿਵਾਰ 4 ਬੰਦਿਆਂ ਦਾ ਰੱਖੋ, ਮੀਆਂ ਬੀਬੀ ਤੇ 2 ਬੱਚੇ। ਉਹ ਉਸ ਟਾਈਮ ਦੇ ਵਿੱਚ ਅਮੀਰਾਂ ਦੇ ਵਿੱਚ ਗਿਣੇ ਜਾਂਦੇ ਸੀ, ਕਿਉਂਕਿ ਉਹਨਾਂ ਕੋਲ ਖਰਚਾ ਕਰਨ ਤੋਂ ਬਾਅਦ ਚੋਖੇ ਪੈਸੇ ਬਚ ਜਾਂਦੇ ਸੀ, ਕਿਉਂਕਿ ਉਦਾਂ ਹੁਣ ਤਾਂ ਪੈਸਾ ਹੈ ਨਹੀਂ ਸੀਗਾ ਇੰਨਾ, ਪਰ ਕਿਉਂਕਿ ਤਨਖਾਹਦਾਰ ਸੀ ਉੱਥੇ ਮਿਲਦੇ, ਤਨਖਾਹ ਮਿਲਦੀ ਸੀ 3 ਰੁਪਏ। ਉਹ 3 ਰੁਪਏ ਦੇ ਵਿੱਚ ਪਰਿਵਾਰ ਪੂਰਾ ਮਹੀਨਾ ਰੋਟੀ ਖਾਂਦਾ ਸੀ ਤੇ ਬਚਾਉਂਦਾ ਵੀ ਸੀ। ਪਰਿਵਾਰ ਦੇ ਹੋਰ ਖਰਚੇ ਵੀ ਹੁੰਦੇ ਹੋਰ ਆ, ਇਕੱਲੀ ਰੋਟੀ ਦਾ। ਹੁਣ ਇਹ 20 ਰੁਪਈਆਂ ਦੀ ਰੋਟੀ ਸਾਧੂਆਂ ਨੂੰ ਖਿਲਾਤੀ, ਤੁਕ ਨਹੀਂ ਬਣਦੀ। ਸਾਧੂਆਂ ਨੂੰ ਰੋਟੀ ਖਿਲਾਉਣ ਦੇ ਨਾਲ ਇਹ ਸੱਚਾ ਸੌਦਾ ਨਹੀਂ ਬਣ ਜਾਂਦਾ। ਪੇਟ ਦੀ ਭੁੱਖ ਜਿਹੜੀ ਆ ਇਹ ਕੁਦਰਤ ਦਾ ਕਾਨੂੰਨ ਹੈ, ਇਹ ਸਾਧੂ ਨੂੰ ਵੀ ਲੱਗਦੀ ਹੈ, ਸੰਤ ਨੂੰ ਵੀ ਲੱਗਣੀ, ਹਰ ਇੱਕ ਨੂੰ ਲੱਗਣੀ ਆ। ਇਹ ਖਾਓ, ਇਹ ਇੰਜਣ ਨੇ ਚੱਲਦਾ ਹੀ ਇੱਦਾਂ ਆ। ਬਾਬੇ ਨਾਨਕ ਨੇ ਉਹਨਾਂ ਨੂੰ ਛਕਾਇਆ ਲੰਗਰ ਪਾਣੀ, ਚੂੜਕਾਣੇ ਜਿਹੜੇ ਕਹਿੰਦੇ ਆ। ਉਸ ਟਾਈਮ ਤੇ ਉੱਥੇ ਛੱਪੜ ਹੀ ਸੀਗਾ, ਇਹ ਚੂੜਕਾਣਾ ਬਾਅਦ ਚ ਬਣਿਆ ਜਹਾਂਗੀਰ ਦੇ ਟਾਈਮ ਤੇ। ਉਸ ਟਾਈਮ ਤੇ ਪਿੰਡ ਨਹੀਂ ਸੀ, ਇਹਦੇ ਨੇੜੇ ਪਿੰਡ ਸੀ ਮੁਦੀਰਕੇ। ਮੁਦੀਰਕੇ ਦੇ ਲੋਕੀ ਉੱਠ ਕੇ ਇੱਥੇ ਇਹ ਪਿੰਡ ਵਸਾਇਆ। ਖੈਰ ਇਹ ਵੱਖਰਾ ਇਤਿਹਾਸ ਹੈ। ਬਾਬੇ ਨਾਨਕ ਨੇ ਉਸ ਟਾਈਮ ਬਾਕੀ ਪੈਸੇ ਨਹੀਂ, ਕਿਤਾਬਾਂ ਖਰੀਦੀਆਂ। ਠੀਕ ਹੈ, ਮਤਲਬ ਲੰਗਰ ਵੀ ਛਕਾਇਆ, ਪੈਸੇ ਬਹੁਤ ਸਾਰੇ ਬਚੇ ਹੋਣਗੇ, ਉਹਦੇ ਗ੍ਰੰਥ ਖਰੀਦੇ, ਪੁਰਾਣੀਆਂ ਕਿਤਾਬਾਂ ਖਰੀਦੀਆਂ। ਉਸ ਟਾਈਮ ਤੇ ਜਿਹੜਾ ਚਾਣਕੀਆ ਦਾ ਅਰਥ ਸ਼ਾਸਤਰ ਹੈ ਉਹ ਵੀ ਪੜ੍ਹਿਆ, ਕਿਉਂਕਿ ਉਸ ਟਾਈਮ ਹੱਥੀਂ ਲਿਖਦੇ ਸੀ ਕਿਤਾਬਾਂ ਬਹੁਤ ਘੱਟ ਸੀ, ਸਿੱਗੀਆਂ ਮਹਿੰਗੀਆਂ, ਕਿਉਂਕਿ ਹੱਥ ਨਾਲ ਲਿਖੀਆਂ ਜਾਂਦੀਆਂ ਸੀ। ਸਿੱਗੀਆਂ ਵੀ ਸੌਖੀਆਂ ਅਵੇਲੇਬਲ ਵੀ ਨਹੀਂ ਹੈਗੀਆਂ, ਦੁਰਲੱਭ ਸੀਗੀਆਂ। ਬਾਬੇ ਨਾਨਕ ਨੇ ਉਸ ਟਾਈਮ ਦੀਆਂ ਜਿੰਨੀਆਂ ਕਿਤਾਬਾਂ ਸੀ, ਸਮਾਜਿਕ, ਧਾਰਮਿਕ, ਆਰਥਿਕ ਤੇ ਜਿਹਨੂੰ ਆਪਾਂ ਕਹਿੰਦੇ ਆ ਕੀ ਕਹਿੰਦੇ ਨੇ ਪਈ ਕਰਮਕਾਂਡੀ ਕਿਤਾਬਾਂ, ਇਹ ਸਾਰੀਆਂ ਕਿਤਾਬਾਂ ਜਿੰਨੀਆਂ ਆਈਆਂ ਉਹ ਪੜ੍ਹੀਆਂ। ਜਦੋਂ ਵਾਪਸ ਮੁੜ ਕੇ ਆਏ ਤੇ ਬਾਬੇ ਕਾਲੂ ਦਾ ਇਹ ਕਹਿਣਾ ਸੀ ਵੀ ਤੈਨੂੰ 6 ਸਾਲ ਦਾ ਸਕੂਲ ਭੇਜਿਆ
ਕਿ ਹੁਣ ਕਿਹੜੇ ਪਾਸਿਓਂ ਤੇਰੀ ਐਜੂਕੇਸ਼ਨ ਹੋਣੀ ਰਹਿ ਗਈ। ਹੂੰ ਉਸ ਟਾਈਮ ਤੇ 6 ਸਾਲ ਦੀ ਐਜੂਕੇਸ਼ਨ ਜਿਹੜੀ ਸੀਗੀ ਉਹ ਇੱਕ ਕਿਸਮ ਦਾ 16 ਕਲਾ ਸੰਪੂਰਨ ਮੰਨਿਆ ਜਾਂਦਾ ਸੀ। ਪੋਸਟ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਠੀਕ ਉਦੋਂ ਅੱਗੇ ਸੀਗੀ ਨਹੀਂ, ਜਿਹੜਾ 6 ਜਮਾਤਾਂ ਪੜ੍ਹ ਜਾਂਦਾ ਸੀ ਠੀਕ ਹੈ ਤੇ ਉਹ ਟੌਪ ਤੇ ਆ। ਹਾਂ ਵੀ ਤੈਨੂੰ 6 ਸਾਲ ਤਾਂ ਸਕੂਲ ਭੇਜ ਦਿੱਤਾ ਤੇ ਹੁਣ ਤੂੰ ਇੱਕ ਹੋਰ ਕੀ ਪੜ੍ਹਨਾ। ਹੋਰ ਕੀ ਪੜ੍ਹਨਾ। ਅੱਛਾ, ਇਸ ਗੱਲ ਤੇ ਚਪੇੜ ਪਈ। ਹੂੰ ਹੁਣ ਇਹਨਾਂ ਕਿਤਾਬਾਂ ਦੇ ਵਿੱਚੋਂ ਬਾਬੇ ਨਾਨਕ ਨੇ ਬਹੁਤ ਸਿੱਖਿਆ। ਹੂੰ ਇਹਨਾਂ ਕਿਤਾਬਾਂ 'ਚੋਂ ਸਿੱਖ ਕੇ ਇੱਕ ਨਤੀਜੇ ਤੇ ਪਹੁੰਚੇ ਹੂੰ ਵੀ ਇਹਨਾਂ ਦੇ ਵਿੱਚ ਆਹ ਗੱਲ ਸੱਚੀ ਆ, ਹੂੰ ਆਹ ਗੱਲ ਕਰਮਕਾਂਡ ਦੀ ਆ, ਹੂੰ ਇਹਦਾ ਕੋਈ ਫਾਇਦਾ ਨਹੀਂ। ਆਹ ਜੇ ਇਸ ਸਿਧਾਂਤ ਦੀ ਕਸਵੱਟੀ ਜੇ ਪੂਰੀ ਉਤਰਦੀ ਹੈ ਨਹੀਂ ਉਤਰਦੀ। ਠੀਕ ਹੈ ਗੱਲ। ਸੋ ਕਿਤਾਬਾਂ ਤਾਂ ਉਸ ਟਾਈਮ ਤੇ ਵੀ ਸੀ, ਧਾਰਮਿਕ ਗ੍ਰੰਥ ਵੀ ਸੀ। ਹੁਣ ਫਰਕ ਕੀ ਸੀ? ਧਾਰਮਿਕ ਗ੍ਰੰਥ ਨੂੰ ਇੱਕ ਖਾਸ ਸਮੇਂ ਤੋਂ ਬਾਅਦ ਸੁੱਖ ਆਸਣ ਕਰ ਦਿੱਤਾ ਜਾਂਦਾ, ਸੰਭਾਲਿਆ ਜਾਂਦਾ। ਤੇ ਕਿਤਾਬ ਜਿਹੜੀ ਹੈ, ਕਿਤਾਬ ਦੇ ਨਾਲ ਤੁਸੀਂ ਜਿਸ ਵੇਲੇ ਮਰਜ਼ੀ ਗੋਸ਼ਟੀ ਕਰ ਸਕਦੇ ਹੋ। ਜਦੋਂ ਮਰਜ਼ੀ ਤੁਹਾਡਾ ਵੇਲ ਆ ਜਦੋਂ ਵੇਲ ਹੈ, ਜਦੋਂ ਜਾਂ ਸੁੱਤਿਆਂ ਪੈ ਨੂੰ ਜੀ ਚੇਤਾ ਕੋਈ ਗੱਲ ਚੇਤੇ ਤੁਸੀਂ ਕਿਤਾਬ ਰੈਫਰ ਕਰ ਸਕਦੇ ਹੋ। ਸੋ ਬਾਬੇ ਨਾਨਕ ਨੇ ਉਦੋਂ ਕਿਤਾਬ ਰੈਫਰ ਕੀਤੀ ਤੇ ਜਿਹੜਾ ਚਾਣਕੀ ਦਾ ਅਰਥ ਸ਼ਾਸਤਰ ਹੈ, ਇਹ ਕੋਈ 4000 ਸਾਲ ਪੁਰਾਣਾ ਬਣ ਜਾਂਦਾ ਹੈ। ਅੱਛਾ ਜੀ। ਤੇ 2200 BC ਦੇ ਵਿੱਚ ਲਿਖਿਆ ਗਿਆ। 2300 ਸਾਲ ਉਹ ਲਾ ਲਓ, ਬਾਕੀ 1900 ਤਕਰੀਬਨ 2000 ਉਹ ਪਾਓ ਉਹਦੇ 'ਚ, ਤੇ ਕੋਈ 4000 ਕਰੀਬ ਦੇ ਨੇੜੇ ਤੇੜੇ ਪਹੁੰਚ ਜਾਂਦਾ ਹੈ। ਉਸ ਕਿਤਾਬ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਜ਼ਿਕਰ ਆਉਂਦਾ। ਤੇ ਹੰਕਾਰ, ਜਿਹੜੇ ਹੰਕਾਰ ਆਉਂਦਾ ਤੇ ਚਾਣਕੀਆ ਕਹਿੰਦਾ ਵੀ ਐਡਾ ਮੇਰਾ ਸਟੇਟਸ ਹੈ, ਚੰਦਰਗੁਪਤ ਮੌਰੀਆ ਮੇਰੀ ਗੱਲ ਪੁੱਛ ਕੇ ਤੇ ਮੇਰੇ ਤੋਂ ਕੰਮ ਕਰਦਾ, ਇਹੀ ਹੰਕਾਰ, ਮੁਲਕ ਦਾ ਬਾਦਸ਼ਾਹ ਆ, ਤੇ ਮੈਂ ਇਸ ਆਪਣੀ ਪੋਜੀਸ਼ਨ ਦਾ ਮਾਣ ਕਿਉਂ ਨਾ ਕਰਾਂ। ਚਾਣਕੀਆ ਦੇ ਜਿਹੜੇ ਸਟੂਡੈਂਟ ਸੀ ਉਹ ਵੀ ਇਹੀ ਗੱਲ ਕਹਿੰਦੇ ਸੀ। ਬਾਬੇ ਨਾਨਕ ਨੇ ਸਭ ਤੋਂ ਪਹਿਲਾਂ ਆਤਮਵਾਦ ਦੇ ਵਿੱਚ ਜਿਹੜਾ ਮੀਲ ਪੱਥਰ ਗੱਡਿਆ ਉਹ ਇਹੀ ਸੀ ਕਿ ਜੇ ਹੰਕਾਰ ਤੇਰੇ ਅੰਦਰ ਹੈ ਤੇ ਨਿਰੰਕਾਰ ਨੇ ਤੇਰੇ ਨੇੜੇ ਨਹੀਂ ਆਉਣਾ। ਜਿਹੜੇ ਨਿਰੰਕਾਰ ਤੇਰੇ ਅੰਦਰ ਵੜ ਗਿਆ ਤੇ ਫਿਰ ਤੇਰੇ ਕੋਲ ਹੰਕਾਰ ਨਹੀਂ ਰਹਿਣਾ। ਧਾਮੀ ਸਾਹਿਬ, ਬਹੁਤ ਵਧੀਆ ਤੁਹਾਡੀ ਗੱਲਬਾਤ ਅੱਜ ਹੋਈ ਆ। ਔਰ ਬਾਬੇ ਨਾਨਕ ਨੂੰ ਸੱਚੀ ਸ਼ਰਧਾਂਜਲੀ ਜਾਂ ਉਹਨਾਂ ਦਾ ਗੁਰਪੁਰਬ ਜਾਂ ਉਹਨਾਂ ਦੀ ਜਿਹੜੀ ਬਰਥ ਐਨਵਰਸਰੀ ਮਨਾਉਣ ਦਾ ਇਹ ਮੌਕਾ, ਇਹ ਉਹੀ ਆ ਕਿ ਉਹਨਾਂ ਦੇ ਜੀਵਨ ਦੇ ਬਾਰੇ ਜਾਂ ਉਹਨਾਂ ਦੀ ਜ਼ਿੰਦਗੀ ਬਾਰੇ ਜਾਂ ਗੁਰਬਾਣੀ ਬਾਰੇ ਜਿਹੜੀ ਗੱਲਬਾਤ ਕੀਤੀ ਜਾਵੇ। ਜਿਹੜੀ ਗੱਲ ਦੇਖੋ, ਜਿਹੜੀ ਲਿਖ ਕੇ ਆਮ ਤੌਰ ਤੇ ਇਹ ਜਿਹੜੀ ਗੁਰਬਾਣੀ ਲਿਖੀ ਗਈ ਨਾ, ਪਹਿਲਾਂ ਸ਼ਰੂਤੀ ਸਿਸਟਮ ਹੁੰਦਾ ਸੀ, ਲਿਖਾ ਪੜ੍ਹਦੀ ਲਈ ਪੇਪਰ ਵੀ ਨਹੀਂ ਹੁੰਦਾ ਸੀ, ਲਿਖਣ ਵਾਲੇ ਵੀ ਨਹੀਂ ਸੀ ਹੁੰਦੇ। ਉਹ ਕੀ ਸੀ, ਲੋਕੀ ਯਾਦ ਕਰ ਲੈਂਦੇ ਸੀ, ਯਾਦ ਕਰਕੇ ਅਗਲੇ ਯਾਦ ਕਰਾ ਦੇਣਾ, ਇਹਨੂੰ ਅੱਗੇ ਦੀ ਅੱਗੇ ਪਹੁੰਚ ਜਾਂਦੇ। ਸ਼ਰੂਤੀ ਸਿਸਟਮ ਦੇ ਵਿੱਚ ਗਲਤੀਆਂ ਹੋ ਜਾਂਦੀਆਂ ਸੀ। ਬਾਬੇ ਨਾਨਕ ਨੂੰ ਪਤਾ ਸੀ ਕਿ ਜੇ ਮੈਂ ਇਹ ਕੰਮ ਕਰਨ ਲੱਗਿਆ ਤੇ ਇਹ ਲਿਖਤੀ ਰੂਪ ਚ ਹੋਣਾ ਚਾਹੀਦਾ। ਬਾਬੇ ਨਾਨਕ ਨੇ ਆਪਣੇ ਟਾਈਮ ਤੋਂ ਪਹਿਲਾਂ ਭਗਤ ਨਾਮਦੇਵ ਜੀ ਤੋਂ ਲੈ ਕੇ ਸ਼ੇਖ ਫਰੀਦ, ਹੋਰ ਜਿੰਨੇ ਵੀ ਸਮਕਾਲੀ ਭਗਤ ਸੀ, ਉਹਨਾਂ ਦੀ ਸਾਰਿਆਂ ਦੀ ਬਾਣੀ ਇਕੱਠੀ ਕਰਕੇ ਇਹ ਵੀ ਇੱਕ ਬਹੁਤ ਵੱਡੀ ਕਿਰਪਾ ਕੀਤੀ। ਬਹੁਤ ਵੱਡਾ ਥੈਂਕ ਯੂ ਵੈਰੀ ਮਚ ਧਾਮੀ ਸਾਹਿਬ, ਤੁਸੀਂ ਸਮਾਂ ਕੱਢਿਆ। ਔਰ ਅਸੀਂ ਵਾਇਸ ਆਫ ਇੰਡੀਆ ਵੱਲੋਂ ਤੁਹਾਡੇ ਦੁਬਾਰਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਔਰ ਬਾਬੇ ਨਾਨਕ ਦੇ ਪ੍ਰਕਾਸ਼ ਉਤਸਵ ਦੁਬਾਰਾ ਬਹੁਤ ਬਹੁਤ ਮੁਬਾਰਕਬਾਦ ਪੂਰੇ ਸੰਸਾਰ ਨੂੰ, ਪੂਰੀ ਸਮੂਹ ਜਗਤ ਨੂੰ ਮੁਬਾਰਕਾਂ ਜੀ। ਥੈਂਕ ਯੂ। ਥੈਂਕ ਯੂ ਜੀ।